सत श्री अकाल, सलाम, नमस्कार, आदाब, सब सत्कार है सज्जनों ਨੂੰ जो इस वक्त जुड़े ने प्रोग्राम हैलो ग्लोबल पंजाब के नाल बागां ते रागां दे शहर पटियाले। मैं परमिंदर सिंह टिवाणा। मंगलवार तो शनिवार लगातार 5 दिन सवेरे अज अकालियां दे नाराज होने वाला प्रोग्राम है। श्रोमणी गुरुद्वारा प्रबंधक कमेटी के 100 वरे के शताब्दी समागम ने जिहड़े वो कल होए ਅੰਮ੍ਰਿਤਸਰ ਦੇ ਵਿੱਚ। इस दौरान श्री अकाल तख्त के कार्यकारी जथेदार ਗਿਆਨੀ ਹਰਪ੍ਰੀਤ ਸਿੰਘ ने ਗੱਲਾਂ ਤੇ ਉਹਨਾਂ ਦੀਆਂ ਕਾफ़ी हद तक जायज़ ने, पर ਉਹ ਇਹਨਾਂ ਗੱਲਾਂ ਦੇ ਪਿੱਛੇ ਕੀ ਉਹ ਵਾਕਈ ਜਥੇਦਾਰ ਸਾਹਿਬ ਦੀਆਂ ਆਪਣੀਆਂ ਨਿੱਜੀ ਰਾਇਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੇ, ਇਸ ਤੇ ਦਵੰਦ ਖੜਾ ਹੁੰਦਾ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਧੀਨ ਹੈ ਜਾਂ ਉਹਨਾਂ ਦੇ ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿੱਤ ਕੇ ਉਹਨਾਂ ਨੂੰ ਚਲਾ ਰਹੇ ਨੇ। ਹਾਲਾਂਕਿ ਜਦੋਂ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਰਿਸ਼ਤੇ ਪੱਕੇ ਪੀੜੇ ਸਨ ਤਾਂ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਵੀ ਪੁੱਛਿਆ ਗਿਆ ਸੀ RSS ਬਾਰੇ। ਉਹ ਕਹਿੰਦੇ ਮੈਂ ਇਸ ਦੇ ਬਾਰੇ ਕੁਝ ਨਹੀਂ ਕਹਾਂਗਾ, ਪਰ ਹੁਣ RSS ਬਾਰੇ, ਖਾਲਿਸਤਾਨ ਦੇ ਮੁੱਦੇ ਤੇ, ਮੋਦੀ ਸਰਕਾਰ ਬਾਰੇ, ਘੱਟ ਗਿਣਤੀਆਂ ਬਾਰੇ SGPC ਪ੍ਰਧਾਨ ਵੀ ਲੌਂਗੋਵਾਲ ਸਾਹਿਬ ਵੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪੂਰੀ ਗੱਡ ਕੇ ਪੈਰਵਾਈ ਕਰਦੇ ਨੇ, ਬੋਲਦੇ ਨੇ ਉਹਨਾਂ ਦੇ ਖਿਲਾਫ। ਕੱਲ੍ਹ ਤੇ ਜਥੇਦਾਰ ਸਾਹਿਬ ਨੇ ਤਹਿ ਹੀ ਲਾ ਦਿੱਤੀ, ਕਹਿੰਦੇ ਇਹ ਲੋਕਤੰਤਰੀ ਸਰਕਾਰ ਨਹੀਂ, ਇਹ EVM ਸਰਕਾਰ ਹੈ, ਘੱਟ ਗਿਣਤੀਆਂ ਦੇ ਲਈ ਬਹੁਤ ਖਤਰੇ ਦੀ ਘੰਟੀ ਹੈ। ਤੇ ਖਾਸ ਕਰਕੇ 11 ਮਤੇ ਜਿਹੜੇ ਪਾਸ ਕੀਤੇ ਗਏ ਨੇ, ਉਹਨਾਂ ਮਤਿਆਂ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਵੀ ਮਤਾ ਪਾਸ ਕੀਤਾ ਗਿਆ। ਵਿਆਹ ਸ਼ਾਦੀਆਂ ਦੇ ਵਿੱਚ ਖਰਚੇ ਘਟਾਉਣ ਜਾਂ ਹੋਰ ਇਸ ਤਰ੍ਹਾਂ ਦੇ 11 ਮਤੇ ਪਾਸ ਕੀਤੇ ਗਏ ਨੇ। ਪਰ ਮੋਦੀ ਸਰਕਾਰ ਨੂੰ EVM ਸਰਕਾਰ ਕਹਿਣਾ ਗਿਆਨੀ ਹਰਪ੍ਰੀਤ ਸਿੰਘ ਦੀ ਤਰਫੋਂ ਇਹ ਇੱਕ ਵੱਡੀ ਗੱਲ ਹੈ ਕਿ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਟੁੱਟ ਚੁੱਕੇ ਨੇ ਜਾਂ ਇਹ SGPC ਚੋਣਾਂ ਨੂੰ ਲੈ ਕੇ ਡੈਮੇਜ ਕੰਟਰੋਲ ਹੈ। ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਉਹ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਤੇ ਇਸ ਦੌਰਾਨ ਇਹ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ 11 ਮਤੇ ਪਾਸ ਕੀਤੇ ਗਏ ਨੇ ਤੇ ਖਾਸ ਕਰਕੇ ਅਕਾਲੀ ਦਲ ਨੂੰ ਵੀ ਪੰਥਕ ਸਰੂਪ ਧਾਰਨ ਕਰਨ ਦੀ ਨਸੀਹਤ ਕੀਤੀ ਗਈ ਹੈ। ਇਹ ਹੁਣ ਪੱਤਰਕਾਰੀ 'ਚ ਵੀ ਹੁੰਦਾ, ਖਾਸ ਕਰਕੇ NRI ਪੱਤਰਕਾਰੀ 'ਚ ਤੁਸੀਂ, ਕਿਉਂਕਿ ਬਾਦਲ ਸੱਤਾਧਾਰੀ ਰਹੇ ਨੇ, ਬਾਦਲਾਂ ਦੀ ਗੱਡ ਕੇ ਬਦਖੋਈ ਕਰੋ ਤੇ ਤੁਸੀਂ ਪੰਜਾਬ ਦੇ ਨੰਬਰ 1 ਪੱਤਰਕਾਰ ਹੋਵੋਗੇ। ਉੱਦਾਂ ਭਾਵੇਂ ਤੁਸੀਂ ਸਿਰੇ ਦੇ ਕਰਪਟ ਹੋਵੋ, ਚੋਰ ਚੱਕੇ ਹੋਵੋ, ਬਲੈਕਮੇਲਰ ਹੋਵੋ, ਕੋਈ ਨਹੀਂ ਪੁੱਛਦਾ। ਤੁਸੀਂ ਬਾਦਲਾਂ ਦੇ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਕਰੋ, ਇਹਨਾਂ ਨੂੰ ਗਾਲਾਂ ਕੱਢੋ ਬਾਦਲ ਅਕਾਲੀ ਦਲ ਨੂੰ, ਤੇ ਤੁਹਾਡੀ ਬੱਲੇ ਬੱਲੇ ਹੋ ਜਾਣੀ ਹੈ। ਸਨਮਾਨ ਵੀ ਮਿਲ ਜਾਣਾ, ਬਾਹਰ ਦਾ ਗੇੜਾ ਗੂੜਾ ਵੀ ਲੱਗ ਜਾਣਾ। ਇਹ ਗੱਲ ਸਹੀ ਹੈ, ਕਿਉਂਕਿ ਜਾਂ ਤਾਂ ਐਂਟੀ ਇਨਕੰਬੈਂਸੀ ਕਹਿ ਲਈਏ ਇਹਨੂੰ, ਜਾਂ ਫਿਰ ਸੱਤਾਧਾਰੀਆਂ ਦੇ ਖਿਲਾਫ ਰੋ। ਇਹ ਇੱਕ ਕਾਰਨ ਹੈਗਾ। ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ। ਜਥੇਦਾਰ ਕਹਿੰਦੇ ਵੀ ਜਦੋਂ ਜਾਂਚ ਹੋ ਰਹੀ ਸੀ, ਕਹਿੰਦੇ ਕੋਈ ਭੰਦਰ-ਪੁਰਸ਼ ਆਏ, ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਆਪਣੀ ਪੜਤਾਲ ਦੇ ਵਿੱਚ ਇੱਕੋ ਹੀ ਗੱਲ ਲਿਖ ਦਿਓ ਤੇ ਤੁਹਾਡਾ ਤੇ ਬੱਲੇ ਬੱਲੇ ਹੋ ਜਾਣੀ ਆ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਬਣ ਜਾਣਾ। ਕਹਿੰਦੇ ਸਿਰਫ ਇੰਨਾ ਲਿਖ ਦਿਓ ਕਿ ਜਿਹੜੇ 328 ਦੇ ਕਰੀਬ ਸਰੂਪ ਚੋਰੀ ਹੋਏ ਨੇ, ਲਾਪਤਾ ਹੋਏ ਨੇ, ਉਹ ਸਰੂਪ ਬਾਦਲ ਦਲ ਵਾਲੇ ਜਾਂ ਬਾਦਲ ਪਰਿਵਾਰ ਵਾਲੇ ਇੱਥੋਂ ਲੈ ਗਏ ਨੇ ਤੇ ਨਾਗਪੁਰ ਦੇ ਆਏ ਨੇ, ਤੇ ਤੁਹਾਡੀ ਬੱਲੇ ਬੱਲੇ ਹੋ ਜਾਣੀ। ਵੈਸੇ ਨਾਗਪੁਰ ਸਰੂਪ ਲਿਜਾਣ ਦੀ ਗੱਲ ਦੀਪ ਸਿੱਧੂ ਵੀ ਕਹਿੰਦੇ ਨੇ ਕਿ ਉਹ ਸਰੂਪ ਨਾਗਪੁਰ ਪਹੁੰਚ ਗਏ ਨੇ। ਖੈਰ, ਕਹਿੰਦੇ ਵੀ ਤੁਹਾਨੂੰ ਤੇ ਲੋਕਾਂ ਨੇ ਪਲਕਾਂ ਤੇ ਬਿਠਾ ਲੈਣਾ ਕਿ ਜਥੇਦਾਰ ਤੇ ਬਾਬਾ ਫੂਲਾ ਸਿੰਘ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੀ ਆਏ ਨੇ। ਇਹ ਗੱਲ ਹੈ ਵੀ ਹੈ, ਪਰ ਕਹਿੰਦੇ ਅਸੀਂ ਪੜਤਾਲ ਕੀਤੀ, ਪੜਤਾਲ 'ਚ ਜਿਹੜਾ ਸੱਚ ਹੋਰ ਸੀਗਾ। ਸੋ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ BJP ਦੇ ਰਿਸ਼ਤੇ ਇੰਨੇ ਟੁੱਟ ਚੁੱਕੇ ਨੇ, ਇੰਨੇ ਵਖਰੇਵੇਂ ਹੋ ਚੁੱਕੇ ਨੇ ਕਿ ਜਥੇਦਾਰ ਅਕਾਲ ਤਖਤ ਭਾਵੇਂ SGPC ਵੱਲੋਂ ਨੇ, SGPC ਜਥੇਦਾਰ ਨੂੰ ਨਿਯੁਕਤ ਕਰਦੀ ਹੈ, SGPC ਦੀ ਮਰਜ਼ੀ ਹੈ ਕਿ ਕਿਹਨੂੰ ਜਥੇਦਾਰ ਲਾਵੇ, ਕਿਹਨੂੰ ਹਟਾਵੇ। ਸੋ ਇਸ ਦੌਰਾਨ ਇਹ ਜਿਹੜਾ ਸਾਰਾ ਕੁਝ ਵਾਪਰਿਆ, ਸੱਚਾਈ ਤੇ ਇਸ ਬਿਆਨ ਦੇ ਵਿੱਚ ਹੈ, ਦੋ ਰਾਵਾਂ ਨਹੀਂ। EVM ਤੇ ਵੀ ਸਵਾਲ ਖੜੇ ਹੁੰਦੇ ਨੇ, ਖੇਤੀ ਕਾਨੂੰਨ ਵੀ ਗਲਤ ਨੇ, ਤੇ ਖਾਸ ਕਰਕੇ ਘੱਟ ਗਿਣਤੀਆਂ ਦੇ ਵਾਸਤੇ ਮਾੜਾ ਸਮਾਂ ਵੀ ਹੈ ਮੋਦੀ ਸਰਕਾਰ ਦਾ। ਇਸ ਦੌਰਾਨ ਜਥੇਦਾਰ ਸਾਹਿਬ ਵੱਲੋਂ ਇਹ ਬਿਆਨ ਦੇਣੇ, ਤੇ ਖਾਸ ਕਰਕੇ ਜਦੋਂ ਇਹ ਤੋੜ ਵਿਛੋੜਾ ਨਹੀਂ ਸੀ ਹੋਇਆ, ਉਦੋਂ ਵੀ ਗਿਆਨੀ ਇਕਬਾਲ ਸਿੰਘ ਨੇ ਕਹਿ ਦਿੱਤਾ ਸੀ ਕਿ ਗੁਰੂ ਸਾਹਿਬਾਨ ਦਾ ਵੰਸ਼ ਹੈ ਜਿਹੜਾ ਉਹ ਲਵ ਤੇ ਕੁਸ਼ ਨਾਲ ਜੁੜਦਾ ਹੈ। ਤੇ ਉਦੋਂ ਵੀ ਟੇਢੇ ਢੰਗ ਨਾਲ ਜਥੇਦਾਰ ਨੇ ਕਿਹਾ ਸੀ ਕਿ ਸਾਨੂੰ ਪ੍ਰਧਾਨ ਮੰਤਰੀ ਦੇ ਸਰਟੀਫਿਕੇਟ ਦੀ ਲੋੜ ਨਹੀਂ, ਪਰ ਉਹ ਉਦੋਂ ਇੰਨੇ ਤਿੱਖੇ ਤੇਵਰ ਗਿਆਨੀ ਹਰਪ੍ਰੀਤ ਸਿੰਘ ਦੇ ਨਹੀਂ ਸੀਗੇ। ਪਰ ਹੁਣ ਉਹਨਾਂ ਦੇ ਤੇਵਰ ਜਾਂ ਇਸ ਮਾਮਲੇ 'ਚ ਬਿਆਨ ਬਹੁਤ ਤਿੱਖੇ ਤੇ ਤਲਖ ਨੇ, ਸੱਚਾਈ ਦੇ ਵੀ ਨੇੜੇ ਨੇ। ਇਹ ਤੁਸੀਂ ਕੀ ਸਮਝਦੇ ਹੋ ਕਿ SGPC ਚੋਣਾਂ
ਦਾ ਸਮਾਂ ਆ, ਤਾਂ ਕਰਕੇ ਇਹ ਜਾਂ ਲੋਕਾਂ ਦੀ ਨਾਰਾਜ਼ਗੀ ਡੈਮੇਜ ਕੰਟਰੋਲ ਕਰਨ ਦਾ ਇਹ ਸਿਲਸਿਲਾ। ਵੈਸੇ ਅੱਜ ਅਕਾਲੀਆਂ ਦੇ ਰੁੱਸਣ ਦਾ ਸਮਾਂ ਹੈ। ਮੈਂ ਹੈਰਾਨ ਹੋਇਆ, ਕੱਲ ਗਲੋਬਲ ਪੰਜਾਬ ਟੈਲੀਵਿਜ਼ਨ ਵੱਲੋਂ ਇੱਕ ਪੋਸਟ ਪਾਈ ਗਈ ਕਿ ਸੁਖਬੀਰ ਬਾਦਲ ਹੋਣਾ ਦੇ ਮਾਨਹਾਨੀ ਦਾ ਚੱਲਦਾ ਕੇਸ ਜਿਹੜਾ ਉਹਨਾਂ ਨੇ ਕਹਿ ਦਿੱਤਾ ਸੀ ਕਿ ਆਰਪੀ ਸਿੰਘ ਦੇ ਮਾਮਲੇ 'ਚ ਕਿ ਉਹ ਬੱਬਰ ਖਾਲਸਾ ਦੇ ਅੱਤਵਾਦੀ ਨੇ, ਕਿਉਂਕਿ ਜਦੋਂ ਅਖੰਡ ਕੀਰਤਨੀ ਜਥੇ ਵਾਲੇ ਕੇਜਰੀਵਾਲ ਸਾਹਿਬ ਦੇ ਨਾਲ ਇਕਜੁੱਟ ਹੋ ਗਏ ਸਨ 17 ਦੀ ਇਲੈਕਸ਼ਨ ਦੇ ਵਕਤ, ਤਾਂ ਸੁਖਬੀਰ ਬਾਦਲ ਦਾ ਬਿਆਨ ਸੀ, ਗਲੋਬਲ ਪੰਜਾਬ ਤੇ ਵੀ ਚੱਲਿਆ ਸੀ ਕਿ ਬੱਬਰ ਖਾਲਸਾ ਦਾ ਮੈਂਬਰ ਹੈ ਆਰਪੀ ਸਿੰਘ, ਜਿਹਨੂੰ ਕੇਜਰੀਵਾਲ ਮਿਲੇ ਸੀ। ਉਸ ਮਾਮਲੇ 'ਚ ਮਾਨਹਾਨੀ ਕੇਸ ਕੀਤਾ ਹੋਇਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਜਿਹੜਾ ਵਾਰੰਟ ਜਾਰੀ ਹੋਏ ਨੇ। ਦਰਸ਼ਨ ਸਿੰਘ ਖੋਖਰ ਸੀਨੀਅਰ ਜਰਨਲਿਸਟ ਨੇ, ਬੜਾ ਲੰਮਾ ਸਮਾਂ ਟ੍ਰਿਬਿਊਨਲ ਰਹੇ ਨੇ, ਅੱਜ ਕੱਲ੍ਹ ਸਾਡੇ ਚੰਡੀਗੜ੍ਹ ਤੋਂ ਸੀਨੀਅਰ ਰਿਪੋਰਟਰ ਨੇ। ਉਹਨਾਂ ਨੇ ਇਹ ਖਬਰ ਲਾਈ, ਮਤਲਬ ਧੂੰਆਂ ਠਾਲ ਦਿੱਤਾ। ਇੱਕ ਤੇ ਕੋਈ ਘੋਕਰ ਸਿੰਘ ਆਇਆ, ਮੂਸੇ ਵਾਲੇ ਦੀ ਫੋਟੋ ਪਾਈ ਹੋਈ ਆ ਉਹਨੇ, ਮੂਸੇ ਵਾਲੇ ਦਾ ਤੇ ਅਕਾਲੀਆਂ ਦਾ ਕੀ ਸੰਬੰਧ। ਉਹ ਕਹਿੰਦਾ ਫੇਕ ਨਿਊਜ਼, ਵਿਕਾਊ ਚੈਨਲ, ਮਤਲਬ ਇੰਨਾ ਭੰਡੀ ਪ੍ਰਚਾਰ ਕੀਤਾ ਗਿਆ ਕਿ ਫੇਕ। ਯਾਰ ਇੱਕ ਵਾਰੰਟ ਨਿਕਲੇ ਨੇ, ਕਿਵੇਂ ਤੁਸੀਂ ਫੇਕ ਨਿਊਜ਼ ਕਹਿ ਦੋਗੇ? ਅੱਜ ਨਹੀਂ ਕੱਲ੍ਹ ਤੇ ਅਦਾਲਤ 'ਚ ਪਤਾ ਲੱਗ ਜਾਣਾ ਕਿ ਵਾਰੰਟ ਨਿਕਲੇ ਨੇ। ਮਤਲਬ ਇਹ ਕਿਹੜੀ ਫੇਕ ਨਿਊਜ਼ ਹੋ ਗਈ? ਇੰਨਾ ਮਤਲਬ ਗਾਲੀ ਗਲੋਚ। ਦਰਸ਼ਨ ਸਿੰਘ ਹੋਕਰ ਨੂੰ ਲਿਖਣਾ ਪਿਆ ਵੀ ਭਾਈ ਇਹ ਖਬਰ ਸਹੀ ਹੈ। ਮਤਲਬ ਇੰਨਾ ਧੂਆਂਧਾਰ ਪ੍ਰਚਾਰ, ਭੰਡੀ ਪ੍ਰਚਾਰ। ਅਕਾਲੀ ਦਲ ਦੀ IT ਟੀਮ ਹੈ ਜਾਂ ਕੋਈ ਵੀ ਹੈ। ਕੱਲ੍ਹ ਮੈਂ ਪ੍ਰੋਗਰਾਮ ਕੀਤਾ ਸੀ, ਜੋ ਦੀਪ ਸਿੱਧੂ ਨੇ ਕਿਹਾ ਸੀਗਾ ਕਿ ਕਿਸਾਨ ਰੋਟੀ ਕਿਉਂ ਖਾਏ, ਮੇਰੇ ਖਿਲਾਫ ਕੋਈ ਸੱਜਣ ਕਹਿੰਦਾ ਮੁੱਛਾਂ ਸੋਹਣੀਆਂ ਰੱਖ ਕੇ ਸੱਚ ਨਹੀਂ ਬੋਲਿਆ ਜਾ ਸਕਦਾ, ਸੱਚ ਬੋਲੋ ਜੇ ਸੋਹਣੀਆਂ ਮੁੱਛਾਂ ਰੱਖੀਆਂ। ਮੁੱਛਾਂ ਦਾ ਤਾਂ ਦੀਪ ਸਿੱਧੂ ਨੇ ਵੀ ਰੱਖੀਆਂ। ਮਤਲਬ ਇੱਕ ਗਰੇਵਾਲ ਸਾਹਿਬ ਨੇ, ਉਹ ਕਹਿੰਦੇ ਵਿਕਾਊ ਚੈਨਲ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਕਿਉਂ ਇੱਦਾਂ ਕਰਦੇ ਹਾਂ ਅਸੀਂ? ਸੱਜਰਾ ਲਿਪਿਆ ਕਿਉਂ ਵੇਖਦੇ ਹਾਂ? ਕਿਸੇ ਚੈਨਲ ਦੀ ਕ੍ਰੈਡੀਬਿਲਿਟੀ ਤੇ ਕਿਉਂ ਤੁਸੀਂ ਇਸ ਤਰ੍ਹਾਂ ਦਾ ਕਰਦੇ ਹੋ? ਤੁਸੀਂ ਇੱਕ ਦੇ ਨਾਂ ਦੇ ਉੱਤੇ ਆਪਣਾ ਪ੍ਰਚਾਰ ਕਰਕੇ ਥੂ ਕਰਕੇ ਚਲੇ ਜਾਂਦੇ ਹੋ, ਕਿਉਂ ਇੱਦਾਂ ਹੁੰਦਾ ਹੈ? ਖੈਰ, ਇਹ ਸਾਨੂੰ ਪਤਾ ਕਿ ਇਹ ਚੀਜ਼ਾਂ ਚੱਲਣੀਆਂ ਪੈਂਦੀਆਂ, ਗਾਲਾਂ ਗੋਲੀਆਂ ਚੱਲਣੀਆਂ ਪੈਣੀਆਂ ਨੇ ਮੀਡੀਆ, ਸਾਨੂੰ ਕੋਈ ਫਰਕ ਨਹੀਂ। ਪਰ ਅਹਿਸਾਸ ਕਰਾਉਣਾ ਤੁਹਾਨੂੰ ਕਿ ਵੀਰੋ ਤੁਸੀਂ ਗੱਲ ਤੋਂ ਇੱਕ ਦਿਨ ਦੀ ਰਿਪੋਰਟਿੰਗ ਨਾ ਵੇਖਿਆ ਕਰੋ, ਰੋਜ਼ ਵੇਖਿਆ ਕਰੋ ਤੇ ਘੱਟੋ ਘੱਟ ਫਿਰ ਉਸ ਹਿਸਾਬ ਨਾਲ ਬੋਲਿਆ ਕਰੋ। ਪਰ IT ਵਿੰਗ ਵਾਲੇ ਉਹਨਾਂ ਨੇ ਤਾਂ ਕਰਨਾ ਹੀ ਕਰਨਾ, ਪਰ ਜਿਹੜੇ ਆਮ ਕਾਲਰ ਨੇ, ਆਮ ਜਿਹੜੇ ਫੇਸਬੁੱਕ ID ਵਾਲੇ ਨੇ, ਜੋ ਕਰਦੇ ਨੇ ਤੇ ਫਿਰ ਉਹਨਾਂ ਨੂੰ ਇਹਦੇ ਬਾਰੇ ਦੱਸਣਾ ਤੇ ਜ਼ਰੂਰ ਸਾਡਾ ਫਰਜ਼ ਹੈ। ਖੈਰ, ਕੀ ਸਮਝਦੇ ਹੋ ਕਿ ਜਥੇਦਾਰ ਸਾਹਿਬ ਦੇ ਇਹਨਾਂ ਬਿਆਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਸਵਾਗਤ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ, ਪਿਆਰਾ ਸਿੰਘ ਜੀ। ਸਾਹਿਬ ਪਿਆਰਾ ਸਿੰਘ ਜੀ। ਬਾਕੀ ਵੀ ਸਰਾਜ ਸਾਹਿਬ, ਜੌਂਪੁਰੀ ਸਾਹਿਬ ਕੋ ਸਾਰੀ ਦੁਨੀਆ ਵੀ ਜਾਣਦੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਤੌਰ ਤੇ ਬਾਦਲ ਐਂਡ ਕੰਪਨੀ ਦੇ ਥੱਲੇ ਲੱਗੀ ਹੋਈ ਆ। ਉੱਥੋਂ ਉਹੀ ਕੁਝ ਹੋਏਗਾ ਜਾਂ ਕਿਹਾ ਜਾਏਗਾ ਜੋ ਜਿਸ ਬਾਦਲ ਸਾਹਿਬ ਐਂਡ ਕੰਪਨੀ ਨੇ ਆਪਾਂ ਨੂੰ ਵੋਟਾਂ ਪਾ ਕੇ ਬਣਾਇਆ, ਉਹ ਉਹਨਾਂ ਦਾ ਹੁਕਮ ਚੱਲਿਆ ਜਾਏਗਾ। ਜਥੇਦਾਰ ਚਾਹੇ ਕੱਟਿਆ ਹੋਵੇ, ਚਾਹੇ PhD ਹੋਵੇ, ਕੋਈ ਵੀ ਹੋਵੇ। ਬਾਕੀ ਪਹਿਲੇ ਜਥੇਦਾਰ ਵੀ ਉਹੀ ਕਰਦੇ ਨੇ ਜੋ ਹੁਣ ਜਥੇਦਾਰ ਕਰ ਰਿਹਾ। ਬਾਕੀ 9 ਮਾਰਚ ਦੇ ਰਿਸ਼ਤੇ ਟੁੱਟਣ ਬਾਰੇ ਕੁਝ ਵੀ ਕਹਿਣਾ ਗਲਤ ਹੋਵੇਗਾ, ਕਿਉਂਕਿ ਦੋਨੋਂ ਪਾਰਟੀਆਂ ਦਾ ਕੋਈ ਦੀਨ ਧਰਮ ਨਹੀਂ ਹੈ। ਅੱਜ ਆਪ ਜੀ ਦੇ ਚੈਨਲ ਤੇ ਸਿੱਧੂ ਸਾਹਿਬ ਨਾਲ ਦਾੜੀ ਕੱਟ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਬੇਟ ਦੇ ਉੱਤੇ ਥੋਕ ਦੇ ਭਾਵੇਂ ਝੂਠ ਬੋਲ ਰਿਹਾ ਸੀਗਾ। ਬਾਕੀ ਸੌਰ ਸਾਹਿਬ, ਇਹ 'ਚ ਸਾਡਾ ਵੀ ਕਸੂਰ ਹੈ ਕਿ ਹੁਣ ਮੌਕਾ ਮਿਲਿਆ, ਆਓ ਆਪਾਂ ਇਸ ਦੇ ਕਲੰਕ ਨੂੰ ਮੱਥੋਂ ਲਾਈਏ ਤੇ ਵਧੀਆ ਇਨਸਾਨ ਅੱਗੇ ਲਾਈਏ ਤੇ ਇਹਨਾਂ ਦਾ ਕਬਜ਼ਾ ਹਟਾਈਏ ਤੇ ਜੋ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੋਨਾਂ ਨੂੰ ਆਜ਼ਾਦ ਕਰਾਈਏ, ਤਾਂ ਕਾਫੀ ਪੰਜਾਬ ਸਰਕਾਰ ਨੂੰ ਆਜ਼ਾਦ ਕਰਾ ਲਵਾਂਗੇ। ਧੰਨਵਾਦ ਜੀ। ਮਿਹਰਬਾਨੀ, ਮਿਹਰਬਾਨੀ ਸਰ। ਅਗਲੇ ਕਾਲਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਮੇਵਾਲੀ ਜੀ। ਸਮੇਵਾਲੀ ਸਾਹਿਬ। ਹਾਂਜੀ ਸਰ, ਵੈਸੇ ਤਾਂ ਜੋ ਸਰਦਾਰ ਪਿਆਰਾ ਸਿੰਘ ਨੇ ਸਪਸ਼ਟ ਕਰ ਦਿੱਤਾ ਵੀ ਜਥੇਦਾਰ ਨੇ ਜੋ ਬੋਲਣਾ, ਜਿਉਂ ਬੁਲਾਵੇਂ ਫੁੱਲਾਂ ਸੁਆਮੀ ਜੈ ਭੇਜੇ ਤਾਂ ਜਾਵਾਂ, ਜਿਵੇਂ ਬਾਦਲ ਕਹਿਣਗੇ ਸਰ ਉਵੇਂ ਹੀ ਉਹਨੇ ਬੋਲਣਾ ਹੈ। ਬਾਕੀ ਜਿਹੜੇ ਕੱਲ੍ਹ ਆ ਵੀਰ ਕਰ ਰਹੇ ਸੀ ਕਮੈਂਟ ਚੈਨਲ ਤੇ ਵੀ ਇਹ ਕਿਸਾਨ ਜਥੇਬੰਦੀਆਂ ਦੀਆਂ ਚੈਨਲ ਏ ਕਿਸਾਨਾਂ ਦੇ ਹੱਕ 'ਚ ਬੋਲਣਾ, ਸਰ ਕੀ ਮਾੜੀ ਗੱਲ ਹੋ ਗਈ ਜੀ? ਜਿਹੜਾ ਸਾਰਾ ਸਿਸਟਮ ਕਿਸਾਨੀ ਤੇ ਖੜਾ ਹੈ, ਜੇ ਉਹਦੇ ਹੱਕ 'ਚ ਕੋਈ ਇੱਕ ਚੈਨਲ ਬੋਲ ਰਿਹਾ ਹੈ ਤੇ ਪਤੰਦਰੋਂ ਤੁਹਾਨੂੰ ਵੀ ਨਹੀਂ ਪਚਦਾ। ਤੁਸੀਂ ਵੇਖੋ PTG ਹੋਰ ਚੈਨਲ ਵੇਖੋ ਜਿਹੜੇ ਵੱਡੇ ਵੱਡੇ ਗਰੁੱਪਾਂ ਦੇ ਨੇ, ਇਹਨੂੰ ਵੇਖਦੇ ਕਿਉਂ ਜੇ ਤੁਸੀਂ ਜਿਹਦੇ ਤੇ ਕਮੈਂਟ ਕਰਨੇ ਨੇ? ਦੀਪ ਸਿੱਧੂ ਨਾਲ ਜਾਓ, ਲਾਓ ਜਕਾਰ, ਚਲੋ ਖੈਰ ਕੋਈ ਉੱਥੇ ਬੈਠੇ ਰਹੋ ਸਾਰੀ ਦਿਹਾੜੀ। ਸਰ ਕਿਸਾਨ ਜਥੇਬੰਦੀਆਂ ਦੇ ਚੱਕਰ ਨੂੰ ਸਰ ਸਾਰਾ ਪੁੱਠਾ ਗੇੜਾ ਦੇਣਾ ਹੈ ਜੀ। ਹੁਣ ਵੇਖੋ ਕਿਸਾਨ ਜਥੇਬੰਦੀਆਂ ਨੇ ਬਾਈਕਾਟ ਕੀਤਾ ਸੀ ਦੀਵਾਲੀ ਦਾ, ਤੇ ਸ਼੍ਰੋਮਣੀ ਕਮੇਟੀ ਸਰ ਉੱਥੇ ਡੀਮ ਮਾਲਾ ਕਰ ਰਹੀ ਹੈ। ਕੀ ਗੁਰੂ ਸਾਹਿਬ ਸਰੀਰਕ ਰੂਪ 'ਚ ਹੁੰਦੇ ਤੇ ਉਹ ਕਿਸਾਨਾਂ ਦਾ ਸਾਥ ਨਾ ਦਿੰਦੇ ਜੀ? ਇਸ ਜ਼ਾਲਮ ਸਰਕਾਰ ਦੇ ਵਿਰੁੱਧ ਉੱਠ ਕੇ ਨਾ ਲੜਦੇ ਜੀ? ਕਿੱਧਰ ਦੀਆਂ ਇਹਨਾਂ ਨੂੰ ਖੁਸ਼ੀਆਂ ਚੜੀਆਂ ਹੋਈਆਂ ਸੀ ਜੀ? ਸਾਡੀ ਤਾਂ ਹੋਂਦ ਦਾ ਤੇ ਲੱਗੀ ਪਈ ਹੈ ਜੀ ਸਾਰਾ। ਸਰ ਜੇ ਤਾਂ ਇਹਨਾਂ ਨੂੰ ਅਹੁਦੇ ਮਿਲਦੇ ਰਹਿਣ ਤੇ ਮੋਦੀ ਨਾਲ ਸਾਰਾ ਕੁਝ 9 ਮਾਸ ਦਾ ਰਿਸ਼ਤਾ ਹੈ, ਸਾਰਾ ਢਾਂਚਾ ਬਦਲਣਾ ਪਏਗਾ ਤਾਂ ਹੀ ਇਹ ਸੁਧਾਰ ਆਵੇਗਾ, ਨਹੀਂ ਤੇ ਸਰ ਲੁੱਟੇ ਪੁੱਟੇ ਤਾਂ ਗਏ ਆ। ਥੈਂਕ ਯੂ ਸਰ। ਜੀ।
थैंक यू समवाल साहब। अगले कॉलर सर। जी, सो इस दौरान क्योंकि घट गिणतियां दा मामला होवे ते हिंदू राष्ट्र बनाउण ਵੱਲ ਨੂੰ कहानी ते बीजेपी RSS रेड़ रही है। देखो एक पासे इन्ना कुछ पंजाब दे विच हो रहा ते दूए पासे पंजाब दे विच बीजेपी दे प्रधान JP नड्डा आके पार्टी ਦੀਆਂ जड़ां लाउण ਦੀਆਂ कोशिशां करदे ने। जिवें कहंदे ने कि होरां ਨੂੰ होरू दी ते इन्ने ਨੂੰ डंगोरू दी। एक पासे हालात ये ने कि भाजपा आगूआं दे घर घेरे जा रहे हैं तो दूसरे पासे ये अपनियां जड़ां दी मजबूती दे वास्ते इधर आ रहे हैं। आना चाहिए, आपां चलो रोकते नहीं, लोकतंत्र सारियां दा अधिकार है, पर इस वक्त स्थिति वेखो तुसी क्यों बलदी दे बूथे जिहड़ा हैगा पंजाब नूं धक्क रहे हो। तुसी रेलां जे किसानां ने एजीटेशन किया, पैसेंजर गड्डियां उन्होंने रोकियां ने, तुसी आम जड़ियां ने माल भाड़े वालियां रेलां भी रोक दित्तियां। ये ज्यादती नहीं तो होर की है ना। सो जिथे पटड़ियां खाड़ियां जांदियां ने, भन्न तोड़ की जाती है, सुप्रीम कोर्ट के हुक्मां दीयां धज्जियां उड़ाईयां जांदियां ने। हुण सुप्रीम कोर्ट तो उपर तो कुछ नहीं है। जे सुप्रीम कोर्ट के दिते फैसले कि सबरीमाला दे विच औरतां नहीं जा सकदियां, तुसीं उत्थे सबरीमाला दीयां किन्नियां करोलां रोक दित्तियां नहीं। ये जिहड़ा सिलसिला ना कि ये मतलब उही साम दाम दंड भेद के अधीन RSS काम कर रही है, BJP काम कर रही है, जिहड़ा कि भारत वास्ते अच्छा नहीं है। आपका स्वागत सर। हेलो, स्वागत सर। हेलो, सत श्री अकाल जी, स्वागत है तुहाडा। सत श्री अकाल जी। हाँ जी, मैं तो तुहानू यही बेनती कर रही हूँ, तो तुहाडा मुद्दा जो हैगा धार्मिक ते जिहड़ी तुसीं कल ट्वीट कर रहे सी ना इत्थों दी शंभू बार्डर वालां दी, ਉਹ ਤੁਹਾਡੀ ਗੱਲ ਬਿਲਕੁਲ ਸਹੀ ਆ। ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ, ਤੁਸੀਂ ਇਹਦੀ ਵੱਧ ਸਪੀਚ ਕਰਿਆ ਕਰ। ਸਾਡੇ ਦੇ ਵਿੱਚ ਇੰਨੀਆਂ ਇਹ ਏਜੰਸੀਆਂ ਵਰਤੀਆਂ ਇਹਨਾਂ ਨੇ, ਲੋਕਾਂ ਨੇ, ਉਹ ਅੱਡੋ ਦੀ ਤੂਤੀਆਂ ਵਜਾਉਣ ਲੱਗ ਗਈਆਂ ਇਸ ਜਿਹੜਾ ਐਜੀਟੇਸ਼ਨ ਕਿਸਾਨਾਂ ਦਾ ਚੱਲ ਰਿਹਾ ਇਸ ਨੂੰ ਖਰਾਬ ਕਰਨ ਬਾਰੇ। ਹੈ ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਦੇਖੋ ਇਹ ਕਹਿੰਦੇ ਸੀ, ਤੁਸੀਂ ਕੱਲ ਰੋਟੀ ਦੀ ਗੱਲ ਕਰਦੇ ਸੀ, ਉਹਦੇ ਤੇ ਜਿਹੜਾ ਮੋਦੀ ਨੇ ਆਰਡੀਨੈਂਸ ਜਾਰੀ ਕਰਕੇ ਇਹ ਕਰੋਨਾ ਫੈਲਾਇਆ ਨਾ ਸਾਡੇ ਭਾਰਤ 'ਚ, ਉਹ ਜਿਹੜੀਆਂ ਜਥੇਬੰਦੀਆਂ ਆਗੂ ਗਏ ਨੇ ਦਿੱਲੀ 2 ਵਾਰ, ਉਹਨੇ ਕਰੰਟ ਮਾਰਿਆ ਉਹਦੇ ਮੋਦੀ ਦੇ। ਇਹਨਾਂ ਨੂੰ ਇਹ ਦੱਸ ਦਿਆ ਕਰੋ ਕਿਉਂ ਇਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਸੀ ਉਹ ਇੰਨਾ ਖਤਰਨਾਕ ਆ ਸਾਡੇ ਵਾਸਤੇ, ਭਾਰਤ ਵਾਸੀਆਂ ਵਾਸਤੇ। ਉਹਨੂੰ ਰੋਕਿਆ ਗਿਆ ਕਿਉਂ? ਉਹ ਲਿਖ ਕੇ ਦੇ ਕੇ ਆਏ ਸੀ ਮੰਗ ਪੱਤਰ 'ਚ ਰਾਜੇਵਾਲ ਸਾਹਿਬ। ਇੱਕ ਉਹ ਲਿਖ ਕੇ ਦੇ ਕੇ ਗਏ ਸੀ, ਇੱਕ ਚਾਵਲ ਦੇ ਕੋਟੇ ਬਾਰੇ, FCRA ਬਾਰੇ ਲਿਖ ਕੇ ਦੇ ਕੇ ਆਏ ਸੀ ਉਸ 'ਚ ਵੀ ਇਹਦਾ ਕੋਟਾ ਵਧਾਇਆ ਜਾਵੇ ਕਿ ਸਾਡੇ ਝੋਨੇ ਦੀ ਜਿਹੜੀ ਪੈਦਾਇਸ਼ ਉਹ ਵੱਧ ਰਹੀ ਆ। ਉਹਨਾਂ ਨੇ ਕੋਟਾ ਵੀ ਵਧਾਇਆ ਤੇ ਬਿਜਲੀ ਦਾ ਬਿੱਲ ਵੀ ਰੋਕਿਆ। ਇਹ ਨਹੀਂ ਵੀ ਕੱਲੀਆਂ ਰੋਟੀਆਂ ਖਾਣ ਗਏ ਆ ਉਹ, ਇਹਨਾਂ ਨੇ ਉਹ ਜਾਣ ਦਾ ਪ੍ਰਭਾਵ ਪਿਆ ਕਰਕੇ ਉਹ ਰੋਕਿਆ। ਕੁਛ ਸਟੇਟਾਂ ਦੇ ਮੁੱਖ ਮੰਤਰੀਆਂ ਉਹਦਾ ਵਿਰੋਧ ਕੀਤਾ। ਉਹ ਇੰਨਾ ਖਤਰਨਾਕ ਬਿੱਲ ਆ, ਉਹ ਵੀ ਪ੍ਰਾਈਵੇਟ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਸੀ ਇਹਨਾਂ ਨੇ। ਇਸ ਕਰਕੇ ਇਹਨਾਂ ਨੂੰ ਕੋਈ ਪਤਾ ਨਹੀਂ। ਜਿਹੜੀ ਡਿਬੇਟ ਤੇ ਵੀ ਗੱਲ ਕਰਦੇ, ਤੁਸੀਂ ਗੱਲ ਕਰਦੇ ਹੋ, ਔਰ ਕੱਲ ਮੈਂ ਦੇਖ ਰਿਹਾ ਸੀ ਇੱਥੇ ਡਿਬੇਟ ਦੇ ਉੱਤੇ, ਉਹ ਕੱਲ ਉੱਥੇ ਕੁਐਸਚਨ ਕਰੀ ਜਾਵੇ ਜਿਹੜਾ ਡਿਬੇਟ ਕਰਦਾ ਸੀ ਕਿਸਾਨਾਂ ਦੇ ਵਿੱਚ ਜਾ ਕੇ, ਕਹਿੰਦਾ ਕੀ ਤੁਸੀਂ ਜਿਹੜੇ ਜ਼ਮੀਨ ਦੇ ਠੇਕੇ ਤੇ ਲੈਂਦੇ ਹੋ ਉਹਨੂੰ ਘਟਾਓਗੇ, ਤੁਸੀਂ ਇਹ ਜਥੇਬੰਦੀਆਂ ਬਣਾਓ। ਦੇਖੋ ਕਿੱਧਰ ਨੂੰ ਗੱਲ ਲਈ ਜਾਂਦਾ। ਪਿੰਡ ਉਜੜਿਆ ਜਾਵੇ, ਕਾਣੀ ਨੂੰ ਕੱਟਣ ਦਾ। ਟੱਕਰ ਸਾਡੀ ਦਿੱਲੀ ਨਾਲ ਲੱਗੀ ਵੀ ਆ, ਇਹ ਤਾਂ ਸਾਡਾ ਭਾਈਚਾਰਕ ਆ, ਅਸੀਂ ਆਪੇ ਹੀ ਠੇਕੇ ਘਟਾ ਲਾਂਗੇ। ਸਾਨੂੰ ਪਤਾ ਲੱਗੂ ਵੀ ਜਦੋਂ ਕਿਸਾਨਾਂ ਦੇ ਉੱਤੇ ਆਫਤ ਪਈ ਆ, ਉਹ ਸਾਡੀ ਆਪਸਦਾਰੀ ਆ। ਇਸ ਕਰਕੇ ਇਹ ਜਿਹੜੇ ਲੋਕ ਆ, ਏਜੰਸੀਆਂ ਬੜੀਆਂ ਵੀਆਂ ਨੇ, ਇਹ ਇਹਨਾਂ ਨੂੰ ਪਾੜਨ ਦੀ ਤਿਆਰੀ 'ਚ ਆ। ਇਹਦੇ ਤੇ ਵੱਧ ਜ਼ੋਰ ਰੱਖਿਆ ਕਰੋ ਕਿਸਾਨ ਮਸਲੇ ਤੇ। ਇੰਨੀ ਮੇਰੀ ਬੇਨਤੀ ਹੈ ਤੁਹਾਨੂੰ। ਦੇਖੋ ਆਪਾਂ 50-60 ਦਿਨ ਹੋ ਗਏ ਨੇ ਕਿਸਾਨੀ ਮੋਰਚੇ ਤੇ ਹੀ ਗੱਲ ਕਰਦੇ ਹਾਂ, ਕਿਉਂਕਿ ਬਹੁਤ ਵੱਡਾ ਹਕੂਕ ਦੀ ਮੈਨੂੰ ਲੱਗਦਾ ਕਈ ਵਾਰੀ ਸ਼ਾਇਦ ਕੁਝ ਲੋਕਾਂ ਨੂੰ ਬੋਰੀਅਤ ਮਹਿਸੂਸ ਹੁੰਦੇ ਹੋਏ ਇਸ ਵਿਸ਼ੇ ਤੋਂ, ਪਰ ਹਰ ਚੀਜ਼ ਕਿਸਾਨੀ ਮਸਲੇ ਨਾਲ ਜੁੜੀ ਹੈ। ਜਿਸ ਤਰ੍ਹਾਂ ਸ਼ਤਾਬਦੀ ਵਰ੍ਹਾ ਸੀ, ਉਸ ਮੌਕੇ ਵੀ ਕਿਸਾਨੀ ਦੇ ਹੱਕ 'ਚ ਮਤਾ ਪਾਸ ਕੀਤਾ ਗਿਆ SGPC ਵੱਲੋਂ। ਭਾਵੇਂ ਚਲੋ ਸਿਆਸੀ ਮੁਤਾਜ ਆ ਉਹਨਾਂ ਦਾ, ਕੁਛ ਵੀ ਹੈ, ਪਰ ਮਤਲਬ ਬੈਕਬੋਨ ਤੇ ਸਾਡੀ ਕਿਸਾਨੀ ਹੈ ਨਾ। ਹਰ ਧਰਮ ਮਜ਼ਹਬ ਦਾ ਬੰਦਾ ਕਿਸਾਨੀ ਨਾਲ ਜੁੜਿਆ। ਗੁਰੂ ਨਾਨਕ ਸਾਹਿਬ ਵੱਲੋਂ ਵਰਸੋਇਆ ਇਹ ਕੀਤਾ, ਉੱਤਮ ਖੇਤੀ ਮੱਧਮ ਵਪਾਰ। ਤੇ ਕਿਉਂ ਅਸੀਂ ਇਸ ਤੇ ਗੱਲ ਨਹੀਂ ਕਰਾਂਗੇ? ਹੋਰ ਮਸਲੇ ਹੁੰਦੇ ਠੀਕ ਹੈ, ਸੈਕੰਡਰੀ ਹੈ, ਸਿਮਰਜੀਤ ਬੈਂਸ ਦੇ ਉੱਤੇ ਰੇਪ ਦੇ ਕੇਸ ਦਾ ਮਾਮਲਾ ਜਾਂ ਹੋਰ ਮਾਮਲੇ ਨੇ, ਚੀਜ਼ਾਂ ਆਉਂਦੀਆਂ ਨੇ, ਪਰ ਉਹ ਸਾਰੀਆਂ ਸੈਕੰਡਰੀ ਨੇ। ਸਾਡੀ ਜਿਹੜੀ ਪ੍ਰਾਇਓਰਟੀ ਹੈ ਨਾ, ਜਿਹੜੀ ਪਹਿਲ ਹੈ, ਪ੍ਰਮੁੱਖਤਾ ਹੈ, ਉਹ ਇਸ ਇਸ਼ੂ ਤੇ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਵੱਡਾ ਆਰਥਿਕ ਹਮਲਾ ਪੰਜਾਬ ਤੇ ਸਿੱਖੀ ਤੇ। ਆਪ ਦਾ ਸਵਾਗਤ ਸਰ। ਜੀ ਰਵਿੰਦਰ ਜੋਸਨ।
हाँ जी रोशन साहब। ਹਾਂਜੀ ਟਿਵਾਣਾ ਸਾਹਿਬ, ਗੱਲ ਪਹਿਲੀ ਤੇ ਇਹ ਆ ਵੀ ਜਿਹੜੇ ਜਥੇਦਾਰ ਨੇ ਬਿਆਨ ਦਿੱਤਾ ਇਹਨਾਂ ਦੀ ਇਹ ਜਥੇਦਾਰੀ ਕਾਰਜਕਾਰੀ ਤੋਂ ਹੁਣ ਜਥੇਦਾਰੀ ਹੋ ਗਈ ਹੈ। ਦੂਜੀ ਗੱਲ ਇਹ ਵੀ ਜਿਹੜਾ ਇਹ ਕਹਿ ਰਹੇ ਆ ਕਿ ਲੋਕਤੰਤਰਿਕ ਮਤਲਬ ਸਰਕਾਰ ਨਹੀਂ ਹੈ, ਫਿਰ ਇਹਨਾਂ ਦੀ ਜਿਹੜੀ ਬੀਬਾ ਬਾਦਲ ਹੈ ਉਹ ਵੀ 6 ਸਾਲ ਇਹਨਾਂ ਦੀ ਸਰਕਾਰ 'ਚ ਮੰਤਰੀ ਮੰਡਲ ਦਾ ਹਿੱਸਾ ਰਹੀ ਹੈ, ਉਦੋਂ ਕਿਉਂ ਨਹੀਂ ਜਥੇਦਾਰ ਸਾਹਿਬ ਉਹਨਾਂ ਨੂੰ ਦਿੱਤਾ ਆ? ਬਿਲਕੁਲ। ਅੱਜ ਹੁਣ ਜਥੇਦਾਰ ਸਾਹਿਬ ਅੱਜ ਇਹਨਾਂ ਦੀ ਯਾਰੀ ਟੁੱਟ ਗਈ ਆ ਤਾਂ ਅੱਜ ਇਹ ਗੱਲਾਂ ਕਰ ਰਹੇ ਆ। ਧੰਨਵਾਦ ਟਿਵਾਣਾ ਸਾਹਿਬ, ਬਹੁਤ ਬਹੁਤ ਥੈਂਕ ਯੂ ਜੋਸ਼ਨ ਸਾਹਿਬ। ਬਿਲਕੁਲ, ਦੇਖੋ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਤਾਂ ਆਪ ਕਿਹਾ ਸੀ ਕਿ ਬਾਦਲ ਦੀ ਚੜ੍ਹਦੀ ਕਲਾ ਵਾਸਤੇ, ਉਹਨਾਂ ਦੀ ਜਿੱਤ ਦੇ ਵਾਸਤੇ ਤੁਸੀਂ ਕੋਸ਼ਿਸ਼ਾਂ ਕਰੋ, ਅਰਦਾਸ ਕਰੋ। ਸੋ ਇਹ ਚੀਜ਼ਾਂ ਹੈਗੀਆਂ ਨੇ। ਜਦੋਂ ਟੁੱਟ ਗਈ ਤੇ ਫਿਰ ਮਤਲਬ ਐਵ ਲੱਭਣ ਲੱਗ ਗਏ ਹੋ, ਇਹ ਠੀਕ ਹੈ। ਪਰ ਉਹ ਜਿਹੜਾ ਸਟੈਂਡ ਹੈ ਨਾ, ਦੇਖੋ ਗੱਲ ਤੇ ਸਹੀ ਹੈ ਪਰ ਕਿਸ ਸੰਦਰਭ ਦੇ ਵਿੱਚ ਕੀਤੀ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜੇ ਦੋਸ਼ ਲੱਗਦੇ ਨੇ, ਜਿਹੜੀਆਂ ਹੁਣ ਦੂਜੀਆਂ ਧਿਰਾਂ ਨੇ, ਢੀਂਡਸਾ ਸਾਹਿਬ ਨੂੰ ਪਦਮ ਸ਼੍ਰੀ ਦਿੱਤਾ ਹੋਇਆ, ਹੁਣ ਢੀਂਡਸਾ ਸਾਹਿਬ ਹੋਰੀ ਅੱਗੇ ਆ ਰਹੇ ਨੇ ਜਾਂ ਰਵਿੰਦਰ ਸਿੰਘ ਅੱਗੇ ਆ ਰਹੇ ਨੇ। ਰਵਿੰਦਰ ਸਿੰਘ ਹੋਰਾਂ ਦੇ ਕਨੈਕਸ਼ਨ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਨੇੜਲੇ ਨੇ, ਕਾਂਗਰਸ ਪਾਰਟੀ ਦੀ ਇਨਵੋਲਵਮੈਂਟ ਹੈ। ਸੋ ਇਹਦੇ ਵਿੱਚ ਗੱਲ ਇਹੀ ਹੈ ਨਾ ਕਿ ਬਦਲ ਤੁਸੀਂ ਕੌਣ ਲਿਆ ਰਹੇ ਹੋ? ਜਿਹੜੇ ਬਦਲ ਵਾਲੇ ਲੋਕ ਨੇ ਕੀ ਉਹਨਾਂ ਦੀਆਂ ਤਾਰਾਂ ਵੀ ਆਰਐਸਐਸ ਨਾਲ ਜੁੜਦੀਆਂ ਨੇ ਜਾਂ ਨਹੀਂ, ਇਹ ਸਾਨੂੰ ਸੋਚਣਾ ਪਏਗਾ। ਦੂਸਰਾ, ਕਿਉਂਕਿ ਦੇਖੋ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਤਾਂ ਲੱਗੇਗਾ ਬੀਜੇਪੀ ਨਾਲੋਂ ਟੁੱਟਣ ਦਾ, ਉਹਨਾਂ ਤੇ ਕੇਸ ਵੀ ਹੋ ਸਕਦੇ ਨੇ, ਉਹਨਾਂ ਦਾ ਬਿਜ਼ਨਸ ਦਿੱਲੀ ਦੇ ਵਿੱਚ ਕੀ ਇੰਟਰਨੈਸ਼ਨਲ ਨੈਸ਼ਨਲ ਪੱਧਰ ਦਾ ਉਹਦਾ ਨੁਕਸਾਨ ਹੋ ਸਕਦਾ ਹੈ, ਉਹਨਾਂ ਦੀ ਸਰਕਾਰ ਬਣਨ 'ਚ ਦਿੱਕਤ ਆ ਸਕਦੀ ਹੈ, ਉਹਨਾਂ ਤੇ ਕੇਸ ਕਈ ਖੁੱਲ੍ਹ ਸਕਦੇ ਨੇ ਬੇਅਦਬੀ ਦੇ ਜਾਂ ਹੋਰ ਮਾਮਲਿਆਂ ਦੇ ਵਿੱਚ। ਪਰ ਇਹਦੇ 'ਚ ਜਿਹੜਾ ਦੋਸ਼ ਲੱਗਦਾ ਸੀ ਕਿ ਆਰਐਸਐਸ ਅਕਾਲੀ ਦਲ ਬਾਦਲ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਘੁਸਪੈਠ ਕਰ ਰਹੀ ਹੈ, ਉਹ ਜਿਹੜੀਆਂ ਚੀਜ਼ਾਂ ਰੁਕਣਗੀਆਂ। ਜੇ ਜਥੇਦਾਰ ਸਾਹਿਬ ਹੁਣ ਇਹ ਕਹਿੰਦੇ ਨੇ ਕਿ ਇਹ ਸਾਡੇ ਤੇ ਹਮਲਾ, ਪਰ ਹੁਣ ਜਿਹੜੀਆਂ ਚੀਜ਼ਾਂ ਕਰਕੇ ਤੁਸੀਂ ਨਾਨਕਸ਼ਾਹੀ ਕੈਲੰਡਰ ਰੱਦ ਕੀਤੇ, ਸੋ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਚੱਕ ਦਿਓ। ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਜਿਹੜਾ ਬੋਲਿਆ ਜਾਵੇ ਦਰਬਾਰ ਸਾਹਿਬ ਦੇ ਵਿੱਚ, ਜਿਹੜੀਆਂ ਹੋਰ ਬੰਦਸ਼ਾਂ ਨੇ, ਜਿਹੜੀਆਂ ਕਿਹਾ ਜਾਂਦਾ ਕਿ ਸੰਘ ਨਹੀਂ ਕਰਨ ਦੇ ਰਿਹਾ, ਆਰਐਸਐਸ ਨਹੀਂ ਕਰਨ ਦੇ ਰਹੀ, ਉਹ ਜਿਹੜੀ ਸਿੱਖ ਇੱਕ ਵੱਖਰੇ ਕੌਮ ਦੇ ਰਾਹ ਦੇ ਵਿੱਚ ਰੋੜਾ ਨੇ, ਜਿਹੜਾ ਜਬਰੀ ਹਿੰਦੂ ਇੱਕ ਏਕਤਾ ਦੇ ਨਾਂ ਤੇ ਤੁਹਾਡੇ ਗਲ ਪਾਈ ਹੋਈ ਚੀਜ਼ ਹੈ, ਉਹ ਹਟਾ ਦਿਓ। ਸਿੱਖੀ ਦੀ ਵਿਲੱਖਣ ਹੋਂਦ ਨੂੰ ਕਾਇਮ ਕਰੋ। ਤੁਸੀਂ ਕਿਉਂ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਹੀਂ ਕਰਨ ਦਿੱਤੀ ਜਾਂਦੀ, ਹੈ ਨਾ? ਇਹੀ ਦੋ ਚੀਜ਼ਾਂ ਸੀ ਜਿਹੜੀਆਂ ਬੀਬੀ ਜਗੀਰ ਕੌਰ ਨੇ ਲਿਆਂਦੀਆਂ ਸੀ। ਉਹਦੇ 'ਚ ਲੱਖ ਪੋਲੀਟੀਕਲ ਕੈਰੀਅਰ ਉਹਨਾਂ ਦਾ ਨਿੱਜੀ ਕੁਛ ਵੀ ਹੋਵੇ, ਮੈਂ ਉਸ ਪਾਸੇ ਨਹੀਂ ਜਾਂਦਾ। ਕੁਲਬੀਰ ਸਿੰਘ ਕੌੜਾ ਦੀ ਕਿਤਾਬ ਅੱਖਾਂ ਖੋਲ੍ਹਦੀ ਹੈ, ਕਦੇ ਪੜ੍ਹਿਓ ਕਿ ਜਗੀਰ ਕੌਰ ਨੇ ਜੋ ਕੀਤਾ ਉਹ ਯਾਦ ਕਰਨਗੇ ਕਦੇ ਲੋਕ ਜਦੋਂ ਸੋਚਣਗੇ। ਕਿਉਂਕਿ ਜਿਹੜਾ ਸੀ ਪੁਰੇਵਾਲ ਵਾਲਾ ਨਾਨਕਸ਼ਾਹੀ ਕੈਲੰਡਰ ਨੂੰ ਹੂਬਹੂ ਲਾਗੂ ਕਰਨਾ ਤੇ ਬੀਬੀਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੇਵਾ ਦਾ ਸੱਦਾ ਦੇਣਾ। ਅੱਜ ਸ਼ਨੀ ਸ਼ਿਗਨਾਪੁਰ ਦੇ ਵਿੱਚ ਕਿਉਂ ਜਿਹੜੀ ਸਦੀਆਂ ਪੁਰਾਣੀ ਰਵਾਇਤ ਟੁੱਟੀ, ਬਾਬਾ ਬਾਲਕ ਨਾਥ ਮੰਦਿਰ ਦੇ ਵਿੱਚ ਜਾਂ ਹੋਰ ਮੰਦਿਰਾਂ ਦੇ ਵਿੱਚ ਜਾਂ ਹਾਜੀ ਅਲੀ ਦਰਗਾਹ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਮਾੜਾ ਸਮਝ ਕੇ ਜਾਣ ਤੇ ਪਾਬੰਦੀਆਂ ਸੀ, ਕਿਉਂ ਟੁੱਟੀਆਂ? ਸਬਰੀਮਾਲਾ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਉਂ ਆਗਿਆ ਦਿੱਤੀ ਕਿ ਔਰਤਾਂ ਨੂੰ ਜਾਣਾ ਚਾਹੀਦਾ, ਮਾਹਵਾਰੀ ਕਾਰਨ ਉਹਨਾਂ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਪਰ ਦਰਬਾਰ ਸਾਹਿਬ ਦੇ ਵਿੱਚ ਇਸੇ ਬ੍ਰਾਹਮਣਵਾਦ ਦੇ ਅਧੀਨ ਜਿਹਦੇ ਖਿਲਾਫ ਗੁਰੂ ਸਾਹਿਬਾਨ ਲੜਦੇ ਰਹੇ, ਸੰਦੇਸ਼ ਦਿੰਦੇ ਰਹੇ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਕਿਉਂ ਇਹ ਚੀਜ਼ਾਂ ਦਰਬਾਰ ਸਾਹਿਬ ਦੇ ਵਿੱਚ? ਕੱਲ੍ਹ ਨੂੰ ਜੇ ਇਹ ਮਸਲਾ ਜਿਵੇਂ ਬਾਕੀ ਸਬਰੀਮਾਲਾ ਦਾ ਜਾਂ ਹੋਰ ਗਏ ਨੇ, ਜੇ ਦਰਬਾਰ ਸਾਹਿਬ ਦਾ ਇਹ ਮਸਲਾ ਕੋਈ ਬੰਦਾ ਜਾਂ ਬੀਬੀ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ 'ਚ ਲੈ ਜਾਂਦਾ, ਕੀ ਅਕਾਲੀ ਦਲ ਜਾਂ ਸਿੱਖ ਰੋਕ ਲੈਣਗੇ ਇਸ ਚੀਜ਼ ਨੂੰ? ਕੀ ਟਕਸਾਲ ਰੋਕ ਲਏਗੀ ਕਿ ਸਾਡਾ ਨਿੱਜੀ ਮਸਲਾ? ਜਦੋਂ ਉੱਥੇ ਇਹ ਚੀਜ਼ਾਂ ਲਾਗੂ ਹੋ ਗਈਆਂ ਕਿ ਔਰਤਾਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ, ਜਿਹੜੀਆਂ ਅਸੀਂ ਵੱਡੀਆਂ ਵੱਡੀਆਂ ਡਿੰਗਾਂ ਮਾਰਦੇ ਹਾਂ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਸਾਡੇ ਬਰਾਬਰਤਾ ਹੈ ਭਾਈ ਔਰਤ ਨੂੰ, ਅਗਲਾ ਕਹੂ ਕੀ ਤੁਹਾਡੇ ਬੀਬੀਆਂ ਕੀਰਤਨ ਕਰ ਸਕਦੀਆਂ ਦਰਬਾਰ ਸਾਹਿਬ 'ਚ, ਜਾਂ ਬੀਬੀਆਂ ਪਾਲਕੀ ਦੀ ਸੇਵਾ ਨਿਭਾ ਸਕਦੀਆਂ, ਜਾਂ ਬੀਬੀਆਂ ਅੰਦਰ ਸਾਫ਼ ਸਫਾਈ ਕਰ ਸਕਦੀਆਂ? ਕੀ ਜਵਾਬ ਆ ਤੁਹਾਡੇ ਕੋਲ ਅਖੌਤੀ ਸਿੱਖੋ, ਜਿਹੜੇ ਮਰਿਆਦਾ ਦੇ ਨਾਂ ਤੇ ਉਹੀ ਬਾਹਮਣਵਾਦ ਦੇ ਪਿੱਛੇ ਲੱਗ ਕੇ ਤੁਸੀਂ ਬੀਬੀਆਂ ਨੂੰ ਉੱਥੋਂ ਬੈਨ ਕੀਤਾ ਹੋਇਆ? ਸੋ ਇਸ ਕਰਕੇ ਜਥੇਦਾਰ ਸਾਹਿਬ ਜੀ, ਇਹ ਚੀਜ਼ਾਂ ਤੁਸੀਂ ਇਮਾਨਦਾਰੀ ਨਾਲ ਲੈ ਕੇ ਆਓ ਤੇ ਫਿਰ ਵਾਕਈ ਪਤਾ ਲੱਗੇਗਾ ਕਿ ਵਾਕਈ ਜਿਹੜਾ ਅਖੌਤੀ ਮਨੂਵਾਦ ਹੈ, ਬ੍ਰਾਹਮਣਵਾਦ ਹੈ, ਤੁਸੀਂ ਉਸ ਦੇ ਖਿਲਾਫ ਹੋ। ਨਹੀਂ ਤਾਂ ਈਵੀਐਮ ਊਵੀਐਮ ਕੁਛ ਨਹੀਂ, ਵਕਤੀ ਗੱਲਾਂ ਨੇ। ਆਪ ਦਾ ਸਵਾਗਤ ਸਰ। ਹੈਲੋ, ਸਵਾਗਤ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਟਿਵਾਣਾ ਸਾਹਿਬ, ਮੇਰੀ ਗੱਲ ਤੇ ਤਬਸਰਾ ਜ਼ਰੂਰ ਕਰਿਓ ਤੁਸੀਂ। ਮੇਰੇ ਵਿਚਾਰ ਨੇ ਕਿ ਜੇ ਵੱਡੇ ਬਾਦਲ ਸਾਹਿਬ ਨੇ, ਇਹਨਾਂ ਪਾ ਐਕਸਪੀਰੀਅੰਸ ਵੀ ਕਾਫੀ ਹੈ, ਹਰ ਤਰ੍ਹਾਂ ਨਾਲ ਉਮਰ ਦੇ ਹਿਸਾਬ ਨਾਲ ਵੀ ਵੱਡੇ ਨੇ, ਇਹ ਜਾ ਕੇ ਦਿੱਲੀ 'ਚ ਧਰਨਾ ਕਿਉਂ ਨਹੀਂ ਦਿੰਦੇ ਆਪਣੇ, ਜਦ ਕਿ ਆਪਣੇ ਆਪ ਨੂੰ ਇਹ ਕਹਿੰਦੇ ਵੀ ਮੈਂ ਫਾਰਮਰ ਹਾਂ
ਤੇ ਮੈਂ ਕਿਸਾਨਾਂ ਦਾ ਇਹ ਫੇਵਰ ਚ ਹਾਂ। ਜੇ ਧਰਨਾ ਦੇਣਗੇ, ਜੇ ਉੱਥੋਂ ਮੋਦੀ ਸਾਹਿਬ ਨੇ ਇਹਨਾਂ ਦੇ ਪੈਰੀਂ ਹੱਥ ਲਾਇਆ ਸੀ, ਜੇ ਉੱਥੋਂ ਜਿੱਤ ਕੇ ਆ ਜਾਂਦੇ ਆ ਤਾਂ ਇਹਨਾਂ ਦਾ ਹੋ ਸਕਦਾ 3000 ਤੋਂ ਕਰੋੜ ਤੋਂ ਵੀ ਉੱਪਰ ਦਾ ਬੁੱਤ ਫਿਰ ਮੋਦੀ ਇੱਥੇ ਪੰਜਾਬ 'ਚ ਲਗਵਾ ਦੇਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਦੇਖੋ, SGPC ਅਕਾਲੀ ਦਲ ਦੀ ਬੈਕਬੋਨ ਹੈ। ਕੱਲ ਜਥੇਦਾਰ ਸਾਹਿਬ ਨੇ ਜਿਹੜੇ ਪਟਨਾ ਸਾਹਿਬ ਵਾਲੇ, ਉਹਨਾਂ ਨੇ ਤਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਆ, ਸ਼੍ਰੋਮਣੀ ਅਕਾਲੀ ਦਲ ਦੀ ਮਾਂ ਆ SGPC, ਸ਼੍ਰੋਮਣੀ ਕਮੇਟੀ। ਸੋ ਜਦੋਂ ਮਾਂ ਨੇ ਮਤਾ ਪਾਸ ਕਰ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਫਿਰ ਫਖਰੇ ਕੌਮ ਸਾਹਿਬ ਨੂੰ ਬੋਲਣਾ ਚਾਹੀਦਾ। ਬਾਦਲ ਸਾਹਿਬ ਦਾ ਬੋਲਣਾ ਜਿੰਨਾ ਲੇਟ ਹੋਏਗਾ ਉਨਾ ਮਾੜਾ ਹੋਏਗਾ। ਸੋ ਜਦੋਂ SGPC ਨੇ ਮੋਹਰ ਲਾ ਦਿੱਤੀ ਤੇ ਵੱਡੇ ਬਾਦਲ ਸਾਹਿਬ ਦੀ ਵੀਡੀਓ ਇਸ ਮਤੇ ਦੇ ਹੱਕ 'ਚ ਆਈ ਸੀ, ਅੱਜ ਉਹਨਾਂ ਨੂੰ ਪਿਛਲੀ ਕੀਤੀ ਭੁੱਲ ਕੇ, ਕਿਉਂਕਿ ਸਿਆਸਤਦਾਨ ਮਿੰਟ 'ਚ ਭੁੱਲ ਜਾਂਦੇ ਨੇ ਕਿ ਜਦੋਂ ਬਾਕੀ ਭੁੱਲ ਗਏ, ਵੱਡੇ ਬਾਦਲ ਸਾਹਿਬ ਨੂੰ ਵੀ ਫਰਾਕ ਦਿਲੀ ਦਿਖਾਉਣੀ ਚਾਹੀਦੀ ਹੈ, ਤਾਂ ਲੋਕਾਂ ਨੂੰ ਮਾੜਾ ਮੋਟਾ ਯਕੀਨ ਆਵੇਗਾ ਕਿ ਭਾਈ ਵਾਕਈ ਤੁਸੀਂ BJP ਤੋਂ ਅੱਡ ਹੋ। ਨਹੀਂ ਤਾਂ ਤੁਸੀਂ ਮੌਕਾ ਵੇਖ ਰਹੇ ਹੋ ਕਿ ਗੱਲ ਠੰਡੀ ਪੈਂਦੀ ਹੈ ਕਿ ਤੇਜ਼ ਹੁੰਦੀ ਹੈ। ਸੋ ਬਾਦਲ ਸਾਹਿਬ ਨੂੰ ਜ਼ਰੂਰ ਇਸ ਕਿਸਾਨ ਐਜੀਟੇਸ਼ਨ ਦੇ ਮਾਮਲੇ ਦੇ ਵਿੱਚ ਆਪਣਾ ਵਫਦ ਬਣਾ ਕੇ ਮੋਦੀ ਸਾਹਿਬ ਨਾਲ ਭਾਵੇਂ ਪਾਰਟੀ ਪੱਧਰ ਤੇ ਮੁਲਾਕਾਤ ਕਰਨ, ਤੇ ਉਹਨਾਂ ਨੂੰ ਆਪਣੇ ਪੱਤੇ ਖੋਲ੍ਹਣੇ ਚਾਹੀਦੇ ਨੇ। ਬਾਦਲ ਸਾਹਿਬ ਨੂੰ ਇਸ ਮਾਮਲੇ 'ਚ ਬੋਲਣਾ ਚਾਹੀਦਾ। ਹੁਣ ਤੇ SGPC ਨੇ, ਜਥੇਦਾਰ ਨੇ ਵੀ ਬੋਲ ਦਿੱਤਾ। ਜੇ ਜਥੇਦਾਰ ਵੱਲੋਂ ਬਣਾਏ ਗਏ ਫਖਰੇ ਕੌਮ ਨਹੀਂ ਬੋਲਦੇ ਤੇ ਫਿਰ ਫਖਰੇ ਕੌਮ ਦੀ ਅਹੁਦੇ ਦੀ ਵੈਲਿਊ ਕੋਈ ਨਹੀਂ ਹੈ। ਇਹ ਗੱਲ ਬਾਦਲ ਸਾਹਿਬ ਨੂੰ ਵੀ ਸਮਝ ਲੈਣੀ ਚਾਹੀਦੀ ਹੈ। ਸੋ ਆਖਰੀ 2 ਦਿਨ ਸ਼ਨੀਵਾਰ ਤੇ ਸ਼ੁੱਕਰਵਾਰ ਇਹ ਨਵੇਂ ਕਾਲਰਾਂ ਦਾ ਵਕਤ ਹੁੰਦਾ, ਉਸ ਦਿਨ ਪੁਰਾਣੇ ਕਾਲਰ ਗੱਲ ਨਹੀਂ ਕਰਦੇ। ਸੋ ਜਿਨ੍ਹਾਂ ਨੂੰ ਇਤਰਾਜ਼ ਹੈ ਕਿ ਪੇਡ ਕਾਲਰ ਨੇ, ਫਲਾਂ ਨੇ, ਅਸੀਂ ਮੈਨੂੰ ਅਫਸੋਸ ਹੈ ਕਿ ਸਾਡੇ ਕਾਲਰ ਤੇ ਵੀ ਤੁਸੀਂ ਚਿੱਕੜ ਸੁੱਟ ਦਿੰਦੇ ਹੋ। ਖੈਰ, ਆਪ ਦਾ ਸਵਾਗਤ ਸਰ, ਵੈਲਕਮ ਜੀ। ਗੱਲਬਾਤ ਹੋ ਰਹੀ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਕਿਹਾ ਕਿ ਜੇ ਕੋਈ ਸ਼੍ਰੋਮਣੀ ਕਮੇਟੀ ਤੇ ਹਮਲਾ ਕਰਦਾ ਤੇ ਮਾਂ ਤੇ ਹਮਲਾ ਕਰਦਾ, ਤੇ ਫਿਰ ਮਾਂ ਦੇ ਪੁੱਤ ਨੂੰ, ਜਾਣੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਉਸ ਦਾ ਜਵਾਬ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਉਹਨਾਂ ਨੇ EVM ਤੇ ਲੋਕਤੰਤਰ ਲਈ ਘਾਤਕ ਦੱਸਿਆ। EVM ਸਰਕਾਰ ਦੱਸਿਆ, ਘੱਟ ਗਿਣਤੀਆਂ ਲਈ ਖਤਰਾ ਦੱਸਿਆ। ਕਿਸਾਨੀ ਦੇ ਹੱਕ ਦੇ ਵਿੱਚ ਬਿੱਲ ਪਾਸ ਕੀਤੇ ਨੇ। ਹੁਣ ਜੇ ਕਿਸਾਨੀ ਦੇ ਹੱਕ ਦੇ ਵਿੱਚ ਮਾਂ ਨੇ ਬਿੱਲ ਪਾਸ ਕਰ ਦਿੱਤਾ, ਤੇ ਫਿਰ ਮਾਂ ਦੇ ਪੁੱਤਰਾਂ ਨੂੰ, ਤੇ ਖਾਸ ਕਰਕੇ ਮਾਂ ਦੇ ਸਭ ਤੋਂ ਵੱਡੇ ਪੁੱਤਰ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂ ਕਿਸਾਨੀ ਮੁੱਦੇ ਤੇ ਚੁੱਪ ਪ੍ਰਵਟਣੀ ਪੈ ਰਹੀ ਹੈ? ਉਹਨਾਂ ਨੂੰ ਵੀ ਅੱਜ ਭਲਕ ਬਿਆਨ ਦੇ ਦੇਣਾ ਚਾਹੀਦਾ। ਨਹੀਂ ਤੇ ਅਜੇ ਵੀ ਲੋਕ ਯਕੀਨ ਕਰਨਗੇ ਕਿ ਵਾਕਈ ਮੋਦੀ ਸਾਹਿਬ ਤੇ ਬਾਦਲ ਸਾਹਿਬ ਦਾ ਮੁਲਾਜ਼ਾ ਪੂਰਾ ਹੈ। ਜਦੋਂ ਮਾਂ ਨੇ ਮਤਾ ਪਾਸ ਕਰ ਦਿੱਤਾ, ਤੇ ਫਿਰ ਫਖਰੇ ਕੌਮ ਫਰਜ਼ੰਦ ਨੂੰ ਵੀ ਬੋਲਣਾ ਚਾਹੀਦਾ ਹੈ। ਦੇਖਦੇ ਹਾਂ, ਸਿੱਧੂ ਸਾਹਿਬ ਵਾਂਗੂ ਹੌਲੀ ਹੌਲੀ ਬਾਦਲ ਸਾਹਿਬ ਵੀ ਆਉਣਗੇ ਬਾਹਰ, ਕੋਈ ਨਹੀਂ, ਉਡੀਕ ਕਰਦੇ ਹਾਂ 2-4 ਪ੍ਰੋਗਰਾਮ। ਆਪ ਦਾ ਸਵਾਗਤ ਸਰ, ਵੈਲਕਮ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਉਹ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸੈਨ ਫਰਾਂਸਿਸਕੋ ਤੋਂ ਮਨਜੀਤ ਸਿੰਘ ਜਿੰਦਾ, ਹਾਂਜੀ, ਸੈਨ ਮਨਜੀਤ ਫਰਾਂਸਿਸਕੋ ਸਿੰਘ ਜੀ। ਕੈਲੀਫੋਰਨੀਆ ਤੋਂ ਭਾਜੀ। ਹਾਂਜੀ ਸਰ। ਹਾਂਜੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ। ਤੁਹਾਡੀ ਪੱਤਰਕਾਰੀ ਨੂੰ ਪਹਿਲਾਂ ਸਲਾਮ। ਤੁਸੀਂ ਇਹ ਜਿਹੜਾ ਅੱਜ ਦਾ ਮੁੱਦਾ ਲਿਆਂਦਾ ਆਪਣੇ ਸਿੱਖੀ ਤੇ ਆਪਣੇ ਜਿਹੜੇ ਸਿੱਖਾਂ ਦੇ ਪ੍ਰਧਾਨ, ਭਾਜੀ ਗੱਲ ਤਾਂ ਲੌਂਗ ਸਟੋਰੀ ਸ਼ਾਰਟ ਇੱਥੇ ਆਉਂਦੀ ਆ ਵੀ ਸਿੱਖੀ ਤਾਂ ਅਸੂਲਾਂ ਦੀ ਆ। ਜੇ ਅਸੂਲ ਹੈ ਤਾਂ ਸਿੱਖ ਆ, ਨਹੀਂ ਤਾਂ ਕੁਛ ਵੀ ਨਹੀਂ। ਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਹੁਕਮਨਾਮੇ ਪੜ੍ਹ ਲੈਣੇ ਚਾਹੀਦੇ ਆ, ਤੇ ਮੇਰਾ ਖਿਆਲ ਹੈ ਸਾਡਾ ਸਾਰਿਆਂ ਦਾ ਭਲਾ ਹੋ ਸਕਦਾ। ਇੰਨਾ ਹੀ ਕਹਿਣਾ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਉਹ ਵਕਤ ਹੈ। ਦੇਖੋ, ਜਥੇਦਾਰ ਸਾਹਿਬ ਪਿੱਛੇ ਜੋ ਹੋਇਆ, ਮੰਨਿਆ ਪੋਲੀਟੀਕਲ ਸੀ, ਮਜਬੂਰੀਆਂ ਸੀ ਅਕਾਲੀ ਦਲ ਦੀਆਂ, ਪਰ ਮੈਂ ਸਮਝਦਾ 5 ਵਾਰੀ CM ਬਣਿਆ। ਜੇ ਅਕਾਲੀ ਦਲ ਬਾਦਲ ਇਮਾਨਦਾਰੀ ਨਾਲ ਪੋਲੀਟੀਕਲੀ ਤੌਰ ਤੇ ਜੋ ਕੁਝ ਕਰਨ, ਪਰ SGPC ਦੇ ਮਾਮਲੇ 'ਚ ਜਿਹੜੀਆਂ ਕੋਤਾਹੀਆਂ ਦੇ ਉਹਨਾਂ ਤੇ ਦੋਸ਼ ਲੱਗਦੇ ਨੇ, ਉਹ ਦੋਸ਼ਾਂ ਤੋਂ ਬਰੀ ਹੋ ਜਾਣ। ਜਿੰਨੀ ਕੁ ਸਪੋਰਟ BJP ਕਰਦੀ ਹੈ, ਇੰਨੀ ਕੁ ਸਪੋਰਟ ਉਹਨਾਂ ਨੂੰ ਪੰਜਾਬ ਦੇ ਹੋਰ ਵਰਗਾਂ ਤੋਂ ਵੀ ਹੋ ਜਾਣੀ ਹੈ। ਹੋਰ ਪਾਰਟੀਆਂ ਦੇ ਵਿੱਚ, ਕਾਂਗਰਸ ਦੇ ਵਿੱਚ ਵੀ ਬੜੇ ਲੋਕ ਨੇ ਜਿਹੜੇ ਇਸ ਪ੍ਰਬੰਧ ਤੋਂ ਨਾਖੁਸ਼ ਨੇ। ਖਾਸ ਕਰਕੇ SGPC ਦਾ ਬਹੁਤਾ ਫਾਇਦਾ ਜਿਹੜਾ ਅਕਾਲੀ ਦਲ ਬਾਦਲ ਲੈਂਦਾ ਹੈ। ਮੰਨਿਆ ਜਾਂਦਾ ਕਿ ਜਿਸ ਪਾਰਟੀ ਕੋਲ, ਜਿਸ ਅਕਾਲੀ ਦਲ ਕੋਲ SGPC ਹੈ, ਉਸੇ ਨੂੰ ਪ੍ਰਵਾਨ ਸਮਝਦੇ ਆ ਲੋਕ। ਸੋ ਇਸ ਕਰਕੇ ਥੋੜੀ 17 ਸਾਲ ਤੁਸੀਂ ਕਹਿੰਦੇ ਹੋ ਸਜ਼ਾ ਕੱਟੀ ਹੈ, ਸਾਲ 6 ਮਹੀਨੇ ਹੋਰ ਕੱਟ ਲੋਗੇ, ਕੋਈ ਫਰਕ ਨਹੀਂ ਪੈਂਦਾ। ਬਾਕੀ ਜਿਹੜੇ ਕੌਮ ਦੇ ਮਸਲੇ ਨੇ, ਉਹਨਾਂ ਨੂੰ ਜੇ ਨਿੱਠ ਕੇ ਅਸੀਂ ਅੱਜ ਵੀ ਨਹੀਂ ਸੁਲਝਾ ਸਕੇ ਤਾਂ ਇਹ ਖਲਾਰਾ ਵਧੇਗਾ। ਭਾਵੇਂ ਭਾਈ ਰਣਜੀਤ ਸਿੰਘ ਨੇ ਕਈ ਗੱਲਾਂ ਤੇ ਉਜ਼ਰ ਕੀਤਾ, ਜਾਂ ਜਿਹੜੀਆਂ ਹੋਰ ਗੱਲਾਂ ਨੇ, ਜੇ ਅੱਜ ਵੀ ਅਸੀਂ ਸੋਧਾ ਨਹੀਂ ਕਰਾਂਗੇ, ਜਿਸ ਤਰ੍ਹਾਂ ਜਥੇਦਾਰ ਸਾਹਿਬ ਤੁਸੀਂ ਖੁਦ ਕਹਿੰਦੇ ਹੋ ਕਿ ਹੁਣ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਆਡਾ ਲਾ ਲਿਆ, ਕੱਲ੍ਹ ਨੂੰ ਉਜ਼ਰ ਇਹ ਵੀ ਹੋਣਗੇ, ਗੁਰੂ ਗ੍ਰੰਥ ਸਾਹਿਬ ਤੇ ਵੀ ਸਵਾਲ ਖੜੇ ਕਰਨਗੇ ਉਹ ਜਿਹੜੇ 5 ਸਦੀਆਂ ਦੇ ਵਿਰੋਧੀ ਨੇ। ਸੋ ਜਥੇਦਾਰ ਸਾਹਿਬ,
ਜਿਹੜੀਆਂ ਪਿਛਲੀਆਂ ਜਥੇਦਾਰ ਰੂੜ ਸਿੰਘ ਹੋਰਾਂ ਦੇ ਵਕਤ ਜਾਂ ਅੰਗਰੇਜ਼ਾਂ ਦੇ ਕਹਿਣ ਤੇ ਜਿਹੜੇ ਬੋਲੇ ਬੰਦ ਕਰਾਏ ਗਏ, ਜਿਹੜਾ ਮਰਿਆਦਾ ਦੇ ਵਿੱਚ ਛੇੜਛਾੜ ਹੋਈ, ਉਹ ਸਾਰੀਆਂ ਦੀਆਂ ਧੱਜੀਆਂ ਉਡਾ ਦਿਓ। ਆਓ ਨਿਰਪੱਖ ਹੋ ਕੇ ਸਾਹਮਣੇ, ਤੇ ਲੋਕ ਤੁਹਾਨੂੰ ਪ੍ਰਵਾਨ ਕਰਨਗੇ। ਭਾਈ ਰਣਜੀਤ ਸਿੰਘ ਜਥੇਦਾਰ ਨੇ ਜਿਹੜੇ ਜਾਂ ਦੂਸਰੀਆਂ ਧਿਰਾਂ ਨੇ, ਉਹਨਾਂ ਨੂੰ ਲੋਕ ਤਾਂ ਹੀ ਸਪੋਰਟ ਕਰਦੇ ਨੇ ਕਿ ਉਹ ਪਹਿਰੇਦਾਰੀ ਕਰਦੇ ਨੇ ਕਿਸੇ ਗੱਲ ਤੇ। ਤੁਸੀਂ ਪਹਿਰੇਦਾਰੀ ਕਰੋ, ਲੋਕ ਪ੍ਰਵਾਨ ਕਰਨਗੇ, ਵੋਟਾਂ ਆਪੇ ਪੈਣਗੀਆਂ ਤੁਹਾਡੇ ਬੰਦਿਆਂ ਨੂੰ। ਵਰਤ ਕੇ ਬੰਦੇ ਇਮਾਨਦਾਰ ਹੋਣ, ਉਹ ਪੋਲੀਟੀਕਲ ਨਾ ਹੋਣ। ਆਪ ਦਾ ਸਵਾਗਤ ਸਰ। ਹੈਲੋ, ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਆਪਣੇ ਟਵਾਣਾ ਭਾਜੀ। ਸਤਿ ਸ਼੍ਰੀ ਅਕਾਲ ਜੀ, ਮਨਜੀਤ ਸਿੰਘ। ਟਵਾਣਾ ਭਾਜੀ, ਆਪਣੇ ਮੈਂ ਨਿਊਯਾਰਕ ਤੋਂ ਬੋਲਦਾ, ਕਰਨੈਲ ਸਿੰਘ ਆਵਾਜ਼ ਆ ਰਹੀ ਜੀ? ਹਾਂਜੀ ਕਰਨੈਲ ਸਿੰਘ ਜੀ, ਨਿਊਯਾਰਕ ਤੋਂ ਸਵਾਗਤ ਤੁਹਾਡਾ। ਹਾਂਜੀ ਟਵਾਣਾ ਸਾਹਿਬ ਜੀ, ਆਪਣੇ ਵੈਸੇ ਨਾ ਜਿਹੜੀ ਬੀਜੇਪੀ ਆ ਆਪਣੇ ਬਿਹਾਰ ਦੀਆਂ ਤੇ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਪੂਰਾ ਟੈਨਸ਼ਨ ਆ ਨਾ ਆਪਣੇ ਪੰਜਾਬ ਨੂੰ ਧਿਆਨ ਦੇਣਗੇ ਜੀ। ਪਹਿਲਾਂ ਇਹਨਾਂ ਦੀ ਟਰਾਈ ਆਪਣੇ ਦਿੱਲੀ ਸ਼੍ਰੋਮਣੀ ਕਮੇਟੀ ਦੀਆਂ ਨਾ ਇਲੈਕਸ਼ਨਾਂ ਜਿਹੜੀਆਂ ਜੀਕੇ ਨੂੰ ਅੱਗੇ ਲਿਆ ਕੇ, ਦੇਖੋ ਜੀ ਉਹ ਜਿੱਤ ਜਾਂਦਾ, ਬਾਅਦ ਚ ਆਪਣੇ ਪੰਜਾਬ ਚ ਟਰਾਈ ਕਰਨਗੇ ਸੁਖਦੇਵ ਸਿੰਘ ਢੀਂਡਸਾ ਪੰਥਕ ਏਕਤਾ ਦਲ ਨੂੰ ਜੀ। ਜੇ ਇੱਥੇ ਵੀ ਇਹਨਾਂ ਦੇ ਪੈਰ ਲੱਗ ਜਾਂਦੇ, ਇਹਨਾਂ ਨੇ ਬਾਦਲ ਦਾ ਖਹਿੜਾ ਨਹੀਂ ਕਰਨਾ ਜੀ। ਬਾਦਲ ਨੂੰ ਇਹਨਾਂ ਨੇ ਖੁਦ ਬੀਜੇਪੀ ਛੱਡੂਗੀ। ਜੇ ਢੀਂਡਸੇ ਦੇ ਪੈਰ ਨਾ ਲੱਗੇ, ਫੇਰ ਹੋ ਸਕਦਾ ਬਾਦਲ ਵੀ ਇਸੇ ਝਾਕਾ ਚ ਵੀ ਮੇਰੇ ਸ਼ਹਿਰ ਦੁਆਰਾ ਫੇਰ ਇਹਨਾਂ ਨਾਲ ਗੱਡ ਤੁੱਪ ਹੋ ਜਾਏ ਜੀ। ਤੇ ਬਾਕੀ ਜਥੇਦਾਰ ਸਾਹਿਬ ਦਾ ਜਿੱਥੋਂ ਤੀਆਂ ਜੀ, ਦੇਖੋ ਜੀ 100 ਸਾਲ ਪਹਿਲਾਂ ਆਪਣੇ ਜਦੋਂ ਤੇਜਾ ਸਿੰਘ ਆਪਣੇ ਪੁੱਤਰ ਸੀ, ਆਪਣੇ ਕਰਤਾਰ ਸਿੰਘ ਝੱਬਰ, ਉਹ ਜਥੇਦਾਰ ਸੀ, ਜਥੇ ਲੈ ਕੇ ਜਾਂਦੇ ਸੀ ਦੂਸਰੇ ਗੁਰਦੁਆਰਿਆਂ ਨੂੰ ਯਾਦ ਕਰਾਉਣ ਵਾਸਤੇ, ਤਾਂ ਸੀ ਉਹ ਜਥੇਦਾਰ। ਤੇ ਪਹਿਲਾਂ ਤਾਂ ਉਦੋਂ ਰੂੜ ਸਿੰਘ ਹੋਣੀ ਤੇ ਸਰਬਰਾਹ ਸੀਗੇ ਜੀ, ਜਥੇਦਾਰ ਨਹੀਂ ਸੀ ਜੀ। ਜਾਂ ਜਥੇਦਾਰ ਸੀ ਕਾਲੀ ਸਿੰਘ ਜੀ, ਹਾਂਜੀ। ਤੇ ਉਹ ਕਾਲੀ ਫੂਲਾ ਸਿੰਘ ਸੀ ਜਥੇਦਾਰ, ਤੇ ਜਾਂ ਆਪਣੇ ਤੇਜਾ ਸਿੰਘ ਪੁੱਤਰ ਹੋਏ ਹੱਥ ਕਰਤਾਰ ਸਿੰਘ ਝੱਬਰ ਹੋਏ ਆ, ਇਹ ਸਰਬਰਾਹ ਸੀਗੇ। ਹਾਂ, ਗੁਰਦੁਆਰੇ ਨੂੰ ਯਾਦ ਕਰਾਇਆ ਭਾਜੀ। ਤੇ ਇਹ ਜਥੇਦਾਰ ਸਾਹਿਬ ਤੇ ਮੈਂ ਬੋਲੀ ਬਾਦਲ ਦਾ ਕਰਕੇ ਬੋਲੀ ਜਾਂਦੇ, ਦਬਕੇ ਮਾਰਦੇ, ਤੇ ਇਹ ਆਪਣਾ ਜਿੰਨਾ ਕਿ ਇਹਨਾਂ ਦਾ ਹੈਗਾ ਆਪਣੇ ਉੱਥੇ ਕੀ ਰਹਿਣ ਤਾਂ ਠੀਕ ਆ ਜੀ। ਤੇ ਕਿਉਂਕਿ ਪਿੱਛੇ ਕਿੱਲੇ ਤੇ ਉਹਦੇ ਤੇ ਤੇਂਗਰ ਦੇ ਬਾਦਲ ਦੇ ਤੇ ਆਪਣੇ ਇੱਕ ਮੁਲਾਜ਼ਮ ਦੇ ਤੌਰ ਤੇ ਜੀ। ਤੇ ਜੀ ਬਾਕੀ ਬੀਜੇਪੀ ਵਾਲੇ ਭਾਜੀ ਦੇਖਣਗੇ ਪਹਿਲਾਂ ਆਪਣੇ ਦਿੱਲੀ ਦੀ ਸ਼੍ਰੋਮਣੀ ਕਮੇਟੀ ਦੀਆਂ, ਫਿਰ ਇੱਥੋਂ ਦੀਆਂ ਢੀਂਡਸਾ ਸਾਹਿਬ ਨੂੰ ਉਸ ਹਿਸਾਬ ਨਾਲ ਫਿਰ ਉਹ ਅਸੈਂਬਲੀ ਚ ਨਾ 2022 ਦੀਆਂ ਉਹ ਤਿਆਰੀਆਂ ਕਰ ਰਹੇ ਆ ਜੀ। ਰਾਈਟ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਸਰ, ਮਿਹਰਬਾਨੀ। ਇੰਦਰਜੀਤ ਸਿੰਘ ਹੋਰ ਵੀ ਕਹਿੰਦੇ ਸਥਾਪਨਾ ਦਿਹਾੜੇ ਤੇ ਰਾਜਨੀਤੀ ਭਾਰੂ ਰਹੀ, ਧਰਮ ਤੇ ਗੁਰੂ ਘਰਾਂ ਬਾਰੇ ਕੋਈ ਆਤਮ ਚਿੰਤਨ ਨਹੀਂ ਹੋਇਆ, ਪੰਜਾਬ ਦੇ ਵਿੱਚ ਹਰ ਕੋਈ ਆਪਣੀ ਡਫਲੀ ਵਜਾ ਰਿਹਾ। ਸਿਕੰਦਰ ਸਿੰਘ ਔਜਲਾ ਕਹਿੰਦੇ ਇਹ SGPC ਚੋਣਾਂ ਕਰਕੇ ਹੋਇਆ, ਬਾਦਲ ਜਥੇਦਾਰ ਦਾ ਮੋਢਾ ਵਰਤ ਕੇ ਛਵੀ ਸੁਧਾਰ ਰਹੇ ਨੇ, ਭਾਜਪਾ ਹੁਣੇ ਹੀ ਗਲਤ ਕਰਨ ਲੱਗੀ ਹੈ। ਆਪ ਦਾ ਸਵਾਗਤ ਸਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਵਾਣਾ ਸਾਹਿਬ, ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ। ਗੁਰਫਤਿਹ ਜੀ ਸਾਹਿਬ। ਦੇਖੋ, ਹਾਂਜੀ ਦੇਖੋ ਜੀ, 100 ਸਾਲਾਂ ਤੇ ਬਹੁਤ ਵੱਡਾ ਵਿਵਾਦ ਵੀ ਚੱਲ ਪਿਆ, ਡਿਬੇਟ ਵੀ ਆ ਰਹੀ ਹੈ, ਹਰ ਪਾਸੇ ਚਰਚਾ ਹੈ, ਤੇ ਜਿੰਨ ਸਾਹਮਣੇ ਆ ਰਹੀਆਂ ਉਹਦੇ ਵਿੱਚ ਬਹੁਤ ਕੁਝ ਉੱਭਰ ਕੇ ਸਾਹਮਣੇ ਆ ਰਿਹਾ ਵੀ ਕੀ ਹੋ ਰਿਹਾ। 100 ਸਾਲਾਂ ਚ ਅਸੀਂ ਕਿੱਥੋਂ ਦੇ ਕਿੱਥੇ ਪਹੁੰਚ ਗਏ ਹਾਂ। ਤੇ ਇਹਦੇ ਵਿੱਚ ਹਰ ਜਿਹੜਾ ਸਿੱਖ ਹੈ, ਜਿਹਨੂੰ ਥੋੜੀ ਜਿਹੀ ਵੀ ਸਿੱਖੀ ਨਾਲ ਹਿੱਤ ਹੈ, ਉਹ ਚਿੰਤਤ ਹੈ ਤੇ ਪੂਰੀ ਤਰ੍ਹਾਂ ਨਾਲ ਇੰਨਾ ਦੁਖੀ ਹੈ ਵੀ ਇਹਨਾਂ ਨੇ ਕਿਵੇਂ ਪੰਚ ਪ੍ਰਧਾਨੀ ਪ੍ਰਥਾ ਨੂੰ ਪਰਿਵਾਰ ਪ੍ਰਧਾਨੀ ਬਣਾ ਲਿਆ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੀ, ਇਹ ਪਰਿਵਾਰ ਦਾ ਮੂੰਹ ਬਣ ਗਈ। ਤੇ ਹੁਣ ਜਿਹੜੇ ਇਹਨਾਂ ਨੇ 18-20 ਹਜ਼ਾਰ ਮੁਲਾਜ਼ਮ ਹੈ, ਉਹਨਾਂ ਦਾ ਤਾਂ ਸਰਕਾਰੀ ਅਦਾਰਿਆਂ ਨਾਲੋਂ ਵੀ ਬੁਰਾ ਹਾਲ ਵੱਧ ਹੈ। ਕਿਸੇ ਪਾਸੇ ਕਿਤੇ ਸਿਰੇ ਪਹੁੰਚਦੇ ਆ, ਪਤਾ ਨਹੀਂ ਕਿਹਦੀਆਂ ਏਜੰਸੀਆਂ ਦੇ ਸਹਾਰੇ ਤੇ ਚੱਲੀ ਜਾ ਰਹੇ ਆ। ਤੇ ਇਹ ਕੁਝ ਵੀ ਕਰਨ ਨੂੰ ਤਿਆਰ ਹੈ, ਇਹ ਤਾਂ ਆਪਣੇ ਤੱਕ ਮਹਦੂਦ ਹੈ, ਇਹਨਾਂ ਨੇ ਜਨਤਾ ਦਾ ਕੋਈ ਨਹੀਂ ਸਵਾਰਨਾ। ਦੂਜੇ ਪਾਸੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਤੁਸੀਂ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਕਰ ਰਹੇ ਹੋ, ਇਹ ਹੱਕ ਬਣਦਾ ਸਾਡਾ, ਅਸੀਂ ਕਿਸਾਨਾਂ ਦੇ ਪੁੱਤ ਹਾਂ, ਹੱਕ ਬਣਦਾ। ਪਰ ਜਿਹੜੀ ਲੋਕ ਊਲ ਜਰੂਰ ਬੋਲਦੇ ਆ, ਦੇਖੋ ਟਵਾਣਾ ਸਾਹਿਬ, ਸਿੱਧੀ ਜੀ ਗੱਲ ਹੈ, ਸੱਚ ਕੌੜਾ ਹੈ ਤੇ ਸੱਚ ਤਾਂ ਟੁੱਟੇ ਕੱਚ ਵਾਂਗੂ ਚੁਭਣਾ ਉਹਨੇ। ਇਹਨਾਂ ਲੋਕਾਂ ਨੇ ਚੀਕਾਂ ਮਾਰਨੀਆਂ, ਮਾਰੀ ਜਾਣ ਦਿਓ, ਪਰ ਸੱਚ ਸਭ ਨਾ ਹੋਏ, ਦਾਰੂ ਪਾ ਕੇ ਧੋਏ। ਥੈਂਕ ਯੂ ਸਾਹਿਬ ਮਹਿੰਦਰ ਸਿੰਘ ਜੀ। ਹਰਵਿੰਦਰ ਸਿੰਘ ਲਿਖਦੇ ਨੇ, ਕਹਿੰਦੇ ਜੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਵੱਲੋਂ ਸਿੱਖਾਂ ਨੂੰ ਕੁੱਤਾ ਬਿਰਤੀ ਦੀ ਜਗ੍ਹਾ ਸ਼ੇਰ ਬਿਰਤੀ ਅਪਣਾਉਣ ਵਾਲੀ ਸੋਹਣੀ ਗੱਲ ਹੈ। ਭਾਜੀ ਕਿਉਂ ਅਸੀਂ ਕੁੱਤੇ ਬਿੱਲਿਆਂ ਦੇ ਵਿੱਚ, ਸ਼ੇਰਾਂ ਦੇ ਵਿੱਚ ਕਿਉਂ ਪਈਏ, ਇਨਸਾਨ ਬਿਰਤੀ ਬਣਾਈਏ। ਹੁਣ ਸ਼ੇਰ ਦੀ ਬਿਰਤੀ ਕਿਹੜਾ ਬਹੁਤੀ ਚੰਗੀ ਹੈ, ਸ਼ੇਰ ਦੇ ਕੀ ਰਿਲੇਸ਼ਨ ਹੁੰਦੇ ਨੇ ਆਪਣੇ
ਫੀਮੇਲਸ ਦੇ ਨਾਲ, ਉਹ ਭਾਵੇਂ ਮਾਂ ਹੈ ਭਾਵੇਂ ਧੀ ਹੈ। ਆਪਾਂ ਨੂੰ ਇਹ ਮੈਂ ਅਕਸਰ ਕਹਿਣਾ ਹੁੰਦਾ ਕਿ ਆਪਾਂ ਨੂੰ ਨਾ ਭਾਵੇਂ ਇਹ ਜਾਨਵਰਾਂ ਵਾਲੀ ਬਿਰਤੀ ਸਾਨੂੰ ਸਾਰੀ ਉਛਲਣੀ ਚਾਹੀਦੀ ਹੈ, ਸਾਨੂੰ ਮਿਸਾਲ ਇਨਸਾਨੀਅਤ ਦੀ ਦੇਣੀ ਚਾਹੀਦੀ ਹੈ। ਸੋ ਨਾ ਕੁੱਤਾ ਬਿਰਤੀ ਨਾ ਸ਼ੇਰ ਬਿਰਤੀ, ਜਾਨਵਰ ਦੀ ਬਿਰਤੀ ਤਾਂ ਚਾਹੀਦੀ ਨਹੀਂ ਖੈਰ, ਪਰ ਇਹ ਰਵਾਇਤੀ ਤਸ਼ਬੀਹਾਂ ਨੇ। ਦੂਜਾ ਕਹਿੰਦੇ ਜਥੇਦਾਰ ਸਾਹਿਬ 370 ਤੇ ਘੱਟ ਗਿਣਤੀਆਂ ਬਾਰੇ ਵੀ ਬੋਲਦੇ ਨੇ, ਠੀਕ ਹੈ ਬੋਲੇ ਨੇ, ਅੱਛੀ ਗੱਲ ਹੈ। ਤੇ ਤੀਸਰਾ ਇਹਨਾਂ ਨੇ ਲਿਖਿਆ, ਕਹਿੰਦੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਕੇ ਆਏ ਨੇ, ਇਸ ਪਿੱਛੇ ਕਿਸੇ ਦਾ ਹੱਥ ਹੋ ਸਕਦਾ ਨਹੀਂ। ਜਿਹੜਾ ਇਹਨਾਂ ਨੇ ਜਥੇਦਾਰ ਸਾਹਿਬ ਨੇ ਕੀਤਾ ਬਹੁਤ ਗੁੱਡ ਕੀਤਾ, ਕਿਉਂਕਿ ਕਿਸਾਨੀ ਦੇ ਹੱਕ ਦੇ ਵਿੱਚ ਉਹ ਸਿੱਧਾ ਆਏ ਨੇ, ਮਤਾ ਪਾਸ ਕੀਤਾ, ਇੱਕ ਇਤਿਹਾਸ 'ਚ ਲਿਖਿਆ ਜਾਵੇਗਾ। ਕਿਉਂਕਿ ਤੋੜ ਵਿਛੋੜਾ ਅਕਾਲੀਆਂ ਨੇ ਕੀਤਾ ਤਾਂ ਇਹਨਾਂ ਨੇ ਉਸ ਤੋਂ ਅੱਗੇ 2 ਕਦਮ ਵਧਦਿਆਂ ਕੀਤਾ, ਇਹ ਜਾਇਜ਼ ਹੈ, ਇਹ ਕਰਨਾ ਚਾਹੀਦਾ ਸੀ। ਇਸ ਕਰਕੇ ਜਿਹੜਾ ਰਾਜੇਵਾਲ ਸਾਹਿਬ ਨੇ ਐਪਰੀਸ਼ੀਏਟ ਕੀਤਾ ਉਹਨੂੰ ਚੰਗੀ ਗੱਲ ਹੈ, ਇਹ ਹਕੂਕ ਦੀ ਗੱਲ ਹੈ, ਇਹਨੂੰ ਐਪਰੀਸ਼ੀਏਸ਼ਨ ਤਾਂ ਮਿਲੇਗੀ, ਸਲੋਤਾ ਤਾਂ ਇਸ ਨੂੰ ਮਿਲੇਗੀ ਜੋ ਜਿਹੜਾ ਇਹ ਮਤਾ ਲੈ ਕੇ ਆਏ ਨੇ, ਨਿੱਠ ਕੇ ਆਏ ਨੇ। ਬਲਕਿ ਸਪੋਰਟ ਇਹਨਾਂ ਨੂੰ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਅੰਦੋਲਨ 'ਚ ਮੈਂ ਕਹਿੰਦਾ ਜਥੇਦਾਰ ਸਾਹਿਬ ਨੂੰ ਵੀ ਇਨਵੋਲਵ ਹੋ ਜਾਣਾ ਚਾਹੀਦਾ ਹੈ ਨਾ। ਜੇ ਉੱਥੇ ਕੋਈ ਹੁੰਦੀ ਹੈ ਖਿੱਚ ਤੂ ਕਰਦੇ ਨੇ, ਰੋਕਦੇ ਨੇ, ਸਗੋਂ ਕਿਉਂਕਿ ਇਹ ਪੰਜਾਬ ਦੇ ਸਿੱਖਾਂ ਦੇ ਸਰਵਉੱਚ ਆਗੂ ਨੇ। ਹੁਣ ਪੰਜਾਬ ਕਿਸਾਨੀ ਬੈਕਬੋਨ ਹੈ, ਬਹੁਤੇ ਸਿੱਖ ਕਿਸਾਨੀ 'ਚ ਨੇ, ਇਸ ਕਰਕੇ ਮੈਂ ਸਮਝਦਾ ਕਿ ਇਸ ਅੰਦੋਲਨ ਦੇ ਵਿੱਚ ਜਥੇਦਾਰ ਸਾਹਿਬ ਨੂੰ ਸਿੱਧਾ ਕੁੱਦਣਾ ਚਾਹੀਦਾ, ਇਹਦੇ ਨਾਲ ਸਪੋਰਟ ਮਿਲੇਗੀ, ਅੰਦੋਲਨ ਨੂੰ ਆਉਣਾ ਚਾਹੀਦਾ। ਰਵਿੰਦਰ ਸਿੰਘ ਜੋਸ਼ਨ, ਮਹਿੰਦਰ ਸਿੰਘ ਸਰਾਹ, ਜੱਸੀ ਤੁਗਲਵਾਲਾ, ਬਲਵਿੰਦਰ ਸਿੰਘ ਮੰਡੇਰ ਬਾਈ ਜੀ, ਸਵਾਗਤ ਹੈ ਜੀ ਤੁਹਾਡਾ, ਵੈਲਕਮ ਜੀ। ਹਾਂਜੀ ਰਾਣਾ ਸਾਹਿਬ ਆਪ ਜੀ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਬੇਨਤੀ ਹੈ ਵੀ ਹਾਂਜੀ ਬੇਨਤੀ ਹੈ ਵੀ ਗੱਲ ਚੱਲਦੀ ਹੈ ਜਥੇਦਾਰ ਸਾਹਿਬ ਦੀ, ਤੇ ਨਾਲ ਹੀ ਨਾਲ ਇਹ ਚੱਲਦੀ ਹੈ ਉਹਨਾਂ ਵੱਲੋਂ ਵੀ ਅਕਾਲ ਤਖਤ ਨੂੰ ਜਿਹੜਾ ਕੋਈ ਕਹੂਗਾ ਨਾ ਕੋਈ ਅਸੀਂ ਐਂ ਕਰਾਂਗੇ ਵੇਖਾਂਗੇ, ਉਹ ਐਂ ਆ ਗਦਾਰ ਹੈ, ਪਰ ਅਕਾਲ ਤਖਤ ਮਹਾਨ ਹੈ, ਸਿੱਖੋਂ ਦੀ ਸ਼ਾਨ ਹੈ, ਪਰ ਜਿਹੜੇ ਉਹਦੇ ਬੈਠੇ ਆ ਉਹਨੂੰ ਅਸੀਂ ਕਹਿ ਸਕਦੇ ਹਾਂ ਇੱਥੇ ਆਏ ਆ। ਮੈਨੂੰ ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਊਗਾ ਵੀ ਇਹਨਾਂ ਨੂੰ ਬਾਦਲ ਨੂੰ ਤਾਂ ਦਿੱਤਾ ਹੀ ਆ ਖਿਤਾਬ, ਹੁਣ ਉਹਨੂੰ ਪੰਜਾਬ ਦੀ ਧੀ ਦਾ ਖਿਤਾਬ ਦੇ ਰਹੇ ਆ ਇਹਦੀ ਨੂੰਹ ਨੂੰ। ਇਹ ਫਿਰ ਦੋਨੇ ਜਾ ਕੇ ਮੋਰਚਾ ਲਾਉਣਗੇ ਜੀ, ਇੱਥੇ ਉਹ ਰੱਖਣਗੇ ਜੀ ਉੱਥੇ ਦਿੱਲੀ 'ਚ, ਫਿਰ ਮਸਲਾ ਹੱਲ ਹੋਊਗਾ ਜੀ। ਬਾਕੀ ਜਿਹੜੀ ਗੱਲ ਕਿਸਾਨ ਕਰ ਰਹੇ ਆ ਇਹ ਇਹਨਾਂ ਦੇ ਧੰਨਵਾਦ ਆ, ਤੇ ਜਿਹੜੀ ਜਥੇਦਾਰ ਕਰਦਾ ਕਿਸਾਨਾਂ ਦੀ ਮਿਹਨਤ ਉਹ ਵੱਖਰੀ ਹੈ। ਜਿਹੜੀ ਸ਼੍ਰੋਮਣੀ ਕਮੇਟੀ ਜਿਹੜੇ ਹੁਣ ਸਾਰਿਆਂ ਨੂੰ ਉਹਨਾਂ ਨੇ ਨਿੰਦਿਆ, ਜਿਹੜੇ ਬੰਦਿਆਂ ਨੇ 300 ਦਾ ਹਿਸਾਬ ਮੰਗਿਆ ਉਹ ਅਸੀਂ ਦੇ ਮੀਟਰ ਦੇਈ ਜਾਂਦੇ ਆ। ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਬੇਨਤੀ ਦੇ ਤੌਰ 'ਤੇ ਵੀ ਤੁਸੀਂ ਇੱਕ ਨਿਮਾਣੇ ਸਿੱਖ ਹੋ ਕੇ ਤੇ ਉਹਨਾਂ ਜਥੇਬੰਦੀਆਂ ਕੋਲ ਆ ਕੇ ਦੱਸ ਦਿਓ ਵੀ ਆਹ ਵੇਖੋ ਜੀ ਠੀਕ ਹੈ ਕੰਮ, ਤੇ ਗੱਲ ਮੁੱਕ ਜੀ। ਤੇ ਕੁੱਟ ਕਟਈਆ ਕਰੀ ਜਾਣਾ ਤੇ ਉਹ ਵੇਖੀ ਜਾਣਾ, ਇਹ ਬਹੁਤ ਮਾੜੀ ਗੱਲ ਹੈ। ਆਪ ਜੀ ਦਾ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਬਿਲਕੁਲ ਕਿਸੇ ਵੀ ਧਿਰ ਨੂੰ ਉੱਥੇ ਜਿਹੜਾ ਵਾਇਲੈਂਸ ਤਲਵਾਰਾਂ ਨਹੀਂ ਲਹਿਰਾਉਣੀਆਂ ਚਾਹੀਦੀਆਂ। ਇਹ ਕਿਰਪਾਨ ਹੈ, ਇਹਨੂੰ ਕਿਰਪਾਨ ਤੱਕ ਸੀਮਿਤ ਰੱਖੀ, ਪਰ ਜਦੋਂ ਤੁਸੀਂ ਇਹਨੂੰ ਤਲਵਾਰ ਸਮਝ ਕੇ ਲਹਿਰਾਉਂਦੇ ਹੋ ਤੇ ਫਿਰ ਤਲਖੀਆਂ ਪੈਦਾ ਹੋਣੀਆਂ ਨੇ। ਗਲਤੀਆਂ ਕਿਤੇ ਨਾ ਕਿਤੇ ਦੂਜੀ ਧਿਰ ਵੱਲੋਂ ਵੀ ਮਾੜੀਆਂ ਮੋਟੀਆਂ ਹੋਈਆਂ ਨੇ, ਸਤਿਕਾਰ ਕਮੇਟੀ ਵੱਲੋਂ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਵੀ ਨਹੀਂ ਸੀ ਚਾਹੀਦਾ। ਤੇ ਬਾਕੀ ਜਿਹੜੀ ਟਾਸਕ ਫੋਰਸ ਨੇ ਕੀਤਾ ਉਹ ਵੀ ਨਿੰਦਣਯੋਗ ਹੈ। ਇਹਦੇ ਨਾਲ ਸਿੱਖ ਕੌਮ ਦੇ ਸ਼ਾਨਾਮਾ ਅਤੇ ਇਤਿਹਾਸ ਨੂੰ ਢਾਲ ਲੱਗਦੀ ਹੈ। ਤੇ ਜੇ ਉੱਥੇ ਕਮਰੇ ਦੇਣ ਜਾਂ ਹੋਰ ਮਾਮਲਿਆਂ 'ਚ ਮੁਲਾਜ਼ਮ ਜਿਹੜੇ ਗਲਤੀ ਕਰਦੇ ਨੇ, ਤੇ ਇਹ ਚੀਜ਼ਾਂ ਹੈਗੀਆਂ ਨੇ, ਰਿਸ਼ਵਤ ਹੈ। ਹੁਣ ਕਿੰਨੇ 1-2 ਮੁਲਾਜ਼ਮ ਸੀ ਉੱਥੇ ਛੇੜਛਾੜ 'ਚ ਵੀ ਫਸੇ ਗਏ। ਇਹਦੇ 'ਚ ਮੈਂ ਸਮਝਦਾ ਕਿ ਸਿੱਧਾ ਪ੍ਰਧਾਨ ਵੀ ਜ਼ਿੰਮੇਵਾਰ ਨਹੀਂ, ਪਰ ਜ਼ਿੰਮੇਵਾਰੀ ਉਹਨਾਂ ਦੀ ਫਿਕਸ ਹੁੰਦੀ ਹੈ ਕਿ ਮੁਲਾਜ਼ਮ ਕਰਦੇ ਕੀ ਨੇ। ਜੇ 328 ਸਰੂਪ ਇੱਦਾਂ ਵੰਡੇ ਗਏ ਨੇ ਤੇ ਸਵਾਲ ਤੇ ਉਹਦੇ 'ਤੇ ਖੜੇ ਹੁੰਦੇ ਨੇ। ਆਪ ਦਾ ਸਵਾਗਤ ਸਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਾਲ ਜੀ। ਹਾਂਜੀ ਭਾਜੀ, ਮੈਂ ਸੌਰੀ ਕਰਦਾ, ਮੈਂ ਪਿਛਲੇ ਵਾਰੀ ਮੇਰੀ ਗਲਤ ਮੂੰਹ ਚੋਂ ਨਿਕਲ ਗਈ। ਕੋਈ ਨਹੀਂ, ਮੈਂ ਭੁੱਲ ਜਾਣਾ ਭਾਜੀ। ਆਪਾਂ ਤੁਹਾਡੇ ਨਾਲ ਬੜਾ ਲਗਾਅ ਹੈ, ਮਿਲੋਗੇ ਇਕੱਠੇ ਚਾਹ ਚੂ ਪੀਆਂਗੇ, ਗੱਲਾਂ ਬਾਤਾਂ ਕਰਾਂਗੇ। ਕੋਈ ਵੀ ਤੁਹਾਡੇ ਪ੍ਰਤੀ ਸ਼ਿਕਵਾ ਨਹੀਂ ਹੈ ਮੈਨੂੰ, ਇਹ ਗੱਲ ਤੁਸੀਂ ਸੌਰੀ ਤਾਂ ਕਹੀ ਨਾ ਕਰੋ। ਵੈਲਕਮ ਹੈ ਤੁਹਾਡਾ। ਸੁਣੋ ਨਹੀਂ ਸੀ ਮੈਂ, ਹਾਂਜੀ ਨਹੀਂ, ਇੱਕ ਹੋਰ ਪੱਤਰਕਾਰ ਉਹ ਇੰਟਰਵਿਊ ਕਰ ਰਿਹਾ ਸੀ ਕੱਲ, ਤੁਸੀਂ ਨਹੀਂ ਕੀਤੀ ਸੀ। ਚਲੋ ਕੋਈ ਗੱਲ ਨਹੀਂ, ਮੈਂ ਕਹਿਣਾ ਚਾਹੁੰਦਾ ਹਾਂਜੀ ਬਾਕੀ ਮੈਂ ਕਹਿੰਦਾ ਇਹ ਜਿਹੜਾ ਇਕਨੋਮਿਕ ਬੇਸ ਸਿਸਟਮ ਦਾ ਹੈਗਾ, ਜਿਹੜਾ ਏਜੰਡਾ ਹੈਗਾ ਨਾ, ਜਿਵੇਂ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਔਰਤਾਂ ਨਾਲ ਆ ਨਹੀਂ ਆਜ਼ਾਦੀ। ਹੁਣ ਇੱਥੇ ਇਹ ਨਹੀਂ ਕੋਈ ਡਿਸਕਸ ਕਰਦਾ ਜਿਹੜੀਆਂ 12-13 ਸਾਲ ਦੀਆਂ ਅੰਡਰ ਅਬਿਊਜ਼ਿੰਗ ਡਰੱਗਸ ਅਲਕੋਹਲ, ਜਾਂ ਜਿਹੜੀ ਵੂਮਨ ਹੈਗੀ ਆ ਬਾਰਾਂ 'ਚ ਡਾਂਸ ਕਰਦੀ ਹੈਗੀ ਆ ਡਰੰਕਾਂ ਦੇ ਮੂਹਰੇ, ਵੀ ਉਹ ਗੁਲਾਮੀ ਆ, ਜਾਂ ਜਿਹੜਾ ਸਾਡਾ ਸਮਾਜ ਜਾਂ ਸਾਡਾ ਧਰਮ ਜਿਹੜਾ ਔਰਤ ਨੂੰ ਦੇ ਰਿਹਾ ਵੀ ਉਹ ਗੁਲਾਮੀ ਹੈਗੀ।
ਵੀ ਆਪਣੇ ਵੈਸਟ ਦੇ ਵਿੱਚ ਵੀ ਇਹ ਚੱਲਿਆ ਹੈਗਾ। ਵੈਸਟ ਦੇ ਵਿੱਚ ਵੀ ਹੁਣ ਤੁਸੀਂ ਰੇਪ ਪਾ ਕੇ ਦੇਖ ਲਓ, ਰੇਪਿੰਗ ਚਾਈਲਡ ਉੱਥੇ ਆ ਜਾਊਗਾ ਆਪਣੇ ਫਲਾਣੇ ਚਰਚ ਦੇ ਵਿੱਚ ਰੇਪ ਹੋਇਆ, ਫਲਾਣੇ ਪੁਲਿਸ ਨੇ ਰੇਪ ਕੀਤਾ। ਉਹ ਇਹ ਨਹੀਂ ਦੇਖਦੇ ਵੀ ਜਿਹੜੇ ਰਿਲੀਜਨ ਤੋਂ ਟੁੱਟ ਗਏ ਬੱਚੇ ਤੇ ਉਹਨਾਂ ਦੀ ਕੀ ਹਾਲਤ ਹੈਗੀ ਨਾ। ਮੈਂ ਇਹੀ ਕਹਿਣਾ ਚਾਹੁੰਦਾ। ਥੈਂਕ ਯੂ। ਦੇਖੋ ਧਰਮ ਸਰਵਉੱਚ ਹੈ, ਮਤਲਬ ਉੱਥੇ ਕਲੱਬਾਂ 'ਚ ਜੋ ਕੁਛ ਹੁੰਦਾ ਬਰੀ ਤੇ ਉਹਨੂੰ ਵੀ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਇਹ ਆਸ ਨਹੀਂ ਰੱਖ ਸਕਦੇ, ਇਹ ਹਜਮ ਨਹੀਂ ਕਰ ਸਕਦੇ ਕਿ ਧਾਰਮਿਕ ਸਥਾਨਾਂ 'ਚ ਵੀ ਇਹ ਕੁਛ ਹੋਵੇ, ਕਿਉਂਕਿ ਫਿਰ ਉਹ ਧਰਮ ਤਾਂ ਸੁਪਰੀਮ ਮੰਨਿਆ ਜਾਂਦਾ ਨਾ, ਉਹ ਤੇ ਰੱਬ ਦਾ ਘਰ ਹੈ, ਰੱਬ ਦੇ ਘਰ 'ਚ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਕਲੱਬਾਂ ਨੂੰ ਫਿਰ ਤਾਂ ਤੁਸੀਂ ਬਹੁਤ ਨੀਵਾਂ ਪੱਧਰ 'ਤੇ ਮੰਨਦੇ, ਕਲੱਬਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ, ਉਹ ਵੀ ਨਿੰਦਣਯੋਗ ਨੇ, ਉੱਥੇ ਵੀ ਸਜ਼ਾਵਾਂ ਹੁੰਦੀਆਂ ਨੇ। ਆਪ ਦਾ ਸਵਾਗਤ ਸਰ। ਅਗਲੇ ਕਾਲਰ। ਹਾਂਜੀ ਟਵਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਮਸ਼ੇਰ ਸਿੰਘ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਦਰਸ਼ਨ ਧਾਲੀਵਾਲ ਜੀ। ਦਰਸ਼ਨ ਧਾਲੀਵਾਲ ਇੱਕ ਸ਼ਮਸ਼ੇਰ ਸਿੰਘ ਵਾਇਲੈਂਸ ਲਾਸ ਐਂਜਲਸ ਵੀ ਮੈਨੂੰ ਭੁਲੇਖਾ ਪੈ ਜਾਂਦਾ। ਦੇਖੋ ਮੈਂ ਪਹਿਲਾਂ ਵੀ ਇਹ ਕਹਿੰਦਾ ਹੁੰਦਾ, ਜਿੰਨਾ ਚਿਰ ਲੋਕ ਜਾਗਰੂਕ ਨਹੀਂ ਨਾ ਹੁੰਦੇ ਉਹਨਾਂ ਚਿਰ ਕਿਸੇ ਚੀਜ਼ ਦਾ ਸੁਧਾਰ ਨਹੀਂ ਜੀ ਹੋਣਾ। ਦੇਖੋ ਧਰਮ ਤੇ ਸਿਆਸਤ ਇਕੱਠੇ ਨਹੀਂ ਚੱਲ ਸਕਦੇ ਅੱਜ ਦੇ ਹਾਲਾਤ 'ਚ। ਸਿਆਸਤ ਬੜੀ ਗੰਦੀ ਹੋ ਚੁੱਕੀ ਆ। ਧਰਮ ਇੱਕ ਸੱਚ ਆ ਤੇ ਸਿਆਸਤ ਇੱਕ ਝੂਠ ਹੈ, ਇਕੱਠੇ ਨਹੀਂ ਚੱਲ ਸਕਦੇ। ਇਹ ਲੋਕਾਂ ਨੂੰ ਸਮਝਣਾ ਪਏਗਾ। ਬਾਕੀ ਤੁਹਾਨੂੰ ਤਾਂ ਇਹ ਚੀਜ਼ ਦਾ ਜ਼ਿਆਦਾ ਪਤਾ ਹੋਣਾ ਕਿ ਇਹ ਪਹਿਲਾਂ ਕੈਥੋਲਿਕਸ ਦੇ ਵਿੱਚ ਵੀ ਹੋਇਆ। ਉਦੋਂ ਦੇ ਰਾਜਿਆਂ ਨੇ ਬੜੇ ਲੋਕ ਮਰਵਾਏ ਧਰਮ ਦੇ ਨਾਂ ਤੇ, ਹਾਂਜੀ, 14ਵੀਂ 15ਵੀਂ ਸਦੀ ਦੇ ਵਿੱਚ। ਤੇ ਉਹਨਾਂ ਨੇ ਅਖੀਰ ਚੋਂ ਸਿਆਣੇ ਸੀ, ਉਹਨਾਂ ਨੇ ਕਿਹਾ ਕਿ ਓਕੇ ਸਟੇਟ ਤੇ ਜਿਹੜਾ ਰਿਲੀਜਨ ਆ ਇਹ ਵੱਖਰਾ ਰਹੇਗਾ। ਰਿਲੀਜਨ ਤੇ ਸਟੇਟ ਨੂੰ ਉਹਨਾਂ ਨੇ ਵੱਖਰਾ ਕਰਤਾ। ਇਸ ਕਰਕੇ ਉਹ ਸਟੇਟ ਦਾ ਉਹਨਾਂ ਰਿਲੀਜਨ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈਗੀ। ਤੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਉਹ ਜਿਹੜਾ ਕਿ ਜੀ ਸਾਡੀ ਧਰਮ ਤੇ ਸਿਆਸਤ ਇਕੱਠੀ ਹੈ, ਨਹੀਂ ਹੋ ਸਕਦੀ। ਇਹ ਧਰਮ ਦੇ ਨਾਂ ਤੇ ਲੋਕ ਜ਼ਿਆਦਾ ਮਰੇ ਨੇ ਲੜਾਈਆਂ ਨਾਲੋਂ ਵੀ। ਹਾਂਜੀ ਜੀ ਠੀਕ ਹੈ ਨਾ। ਇਹ ਮੈਂ ਤਾਂ ਇਹੀ ਕਹਿਣਾ ਸੀ ਜੀ। ਥੈਂਕ ਯੂ ਬਾਈ ਜੀ। ਰਾਜਪਾਲ ਸਰਬਾ ਕਹਿੰਦੇ ਜਥੇਦਾਰ ਸਾਹਿਬ ਦੀ ਗੱਲ ਸਮਝੋ। ਕਹਿੰਦੇ ਉਹ ਕਹਿ ਰਹੇ ਨੇ ਕਿ SGPC ਦੀ ਚੋਣ EVM ਨਾਲ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਹੈਕ ਕਰਕੇ ਖਾਸ ਤਰ੍ਹਾਂ ਕਬਜ਼ਾ ਕਰਨ ਨੂੰ ਫਿਰਦੇ ਨੇ RSS ਤੇ। ਗੱਲ ਤੇ ਹੈ ਜੀ, ਜੇ EVM ਸਰਕਾਰ ਬਣਾਉਂਦੀ ਹੈ ਤੇ ਫਿਰ BJP ਜਿਹਨੂੰ ਮਰਜ਼ੀ ਜਿਤਾਵੇ, EVM ਤੇ ਉਹਨਾਂ ਦੀਆਂ ਨੇ। ਰੋਣਾ ਤੇ ਸਹੀ ਹੋ ਸਕਦਾ, ਗੱਲ ਤੁਹਾਡੀ ਸਹੀ ਹੈ। ਗੁਲਜ਼ਾਰ ਜੀ ਲਿਖਦੇ ਨੇ, ਕਹਿੰਦੇ ਸਰਸੇਵਾਲ ਸਾਧ ਨੂੰ ਮਾਫੀ ਦੇਣੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਕੇ ਬੇਅਦਬੀ ਕੀਤੀ ਗਈ, ਕੰਧਾਂ ਤੇ ਲਿਖ ਕੇ ਸੰਗਤਾਂ ਤੇ ਗੋਲੀਆਂ ਚਲਾਈਆਂ, ਅਕਾਲੀ ਦਲ ਬਾਦਲ ਆਨੰਦ ਪ੍ਰੋਜੈਕਟ ਪਾਸ ਨਹੀਂ ਕਰਵਾਇਆ, ਚੰਡੀਗੜ੍ਹ ਗਵਾ ਦਿੱਤਾ। ਜਥੇਦਾਰ ਸਾਹਿਬ ਇਹਨਾਂ ਬਾਰੇ ਵੀ ਬੋਲੇ। ਹਾਂ ਬਿਲਕੁਲ ਬਾਈ ਜੀ ਗੁਲਜ਼ਾਰ ਜੀ, ਜਿਹੜੀਆਂ ਪਿਛਲੀਆਂ ਗਲਤੀਆਂ ਨੇ ਉਹਨਾਂ ਤੇ ਸਾਨੂੰ ਪੜਚੋਲ ਕਰਨੀ ਪੈਣੀ ਆ, ਜਾਂ ਪਿੱਛੇ ਜੋ ਕੁਛ ਗਲਤ ਹੋ ਰਿਹਾ, ਮਤਲਬ ਭਾਵੇਂ ਬੋਲਡ ਸਟੈਪ ਹੈ। ਰੂਟ ਸਿੰਘ ਦੀ ਵਕਤ ਜਦੋਂ ਉਹ ਬੋਲਾ ਬੰਦ ਹੋਇਆ, ਰਾਜ ਕਰੇਗਾ ਖਾਲਸਾ, ਉਹ ਲਾਗੂ ਹੋਣੇ ਚਾਹੀਦੇ ਨੇ। ਜੇ ਅੱਜ ਵੀ ਨਹੀਂ ਕੀਤੇ ਗਏ ਫਿਰ ਉਮੀਦ ਨਹੀਂ ਹੈ, ਕਿਉਂਕਿ ਇਹ ਬੋਲਾ ਲਾਗੂ ਕਰਨ 'ਤੇ ਕਈ ਧਿਰਾਂ ਨੇ ਨਾ ਜਿਹੜੀਆਂ ਇਤਰਾਜ਼ ਕਰਨਗੀਆਂ। ਬੀਬੀਆਂ ਨੂੰ ਉੱਥੇ ਸੇਵਾ 'ਤੇ ਵੀ ਕਈ ਤਰ੍ਹਾਂ ਜਿਹੜੇ ਹੁਣ ਉਹ ਸਿਰਨਾਵਣੀ ਵਾਲੇ ਵਾਕ ਨੂੰ ਹੋਰ ਤਰ੍ਹਾਂ ਵਿਆਖਿਆ ਕਰਦੇ ਨੇ। ਉਹ ਜਿਹੜੀਆਂ ਪੰਡਤਾਊ ਪ੍ਰਭਾਵ ਅਧੀਨ ਜਿਹੜੀਆਂ ਸਿੱਖ ਧਿਰਾਂ ਨੇ ਨਾ, ਉਹ ਭਾਵੇਂ ਸੰਪਰਦਾਵਾਂ ਹੋਣ, ਟਕਸਾਲਾਂ ਹੋਣ, ਉਹ ਵਿਰੋਧ ਕਰਨਗੀਆਂ, ਕਿਉਂਕਿ ਉਹਨਾਂ ਦਾ ਰੂਟਸ ਉਹੀ ਪੰਡਤਾਊਪਣੇ ਦੇ ਅਧੀਨ ਆਇਆ ਹੋਇਆ, ਮਨੂ ਦੇ ਅਧੀਨ ਆਇਆ ਹੋਇਆ। ਸੋ ਜਥੇਦਾਰ ਸਾਹਿਬ ਨੂੰ ਪੂਰਾ, ਸਰਕਾਰਾਂ ਨੇ ਤਾਂ ਜੋ ਕਰਦੀਆਂ ਨੇ, ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਹ ਬੋਲਡ ਸਟੈਪ ਚੁੱਕ ਲੈਣੇ ਚਾਹੀਦੇ ਨੇ ਤਾਂ ਜੋ ਸਿੱਖੀ ਦੀ ਵਿਸ਼ਾਲਤਾ ਕਾਇਮ ਰਹੇ। ਕੱਲ੍ਹ ਨੂੰ ਇਹ ਮਸਲਾ ਤੁਸੀਂ ਵੇਖੋ, ਅੱਜ ਨਹੀਂ ਕੱਲ੍ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਮਸਲਾ, ਕਿਉਂਕਿ ਹਿੰਦੂ ਧਰਮ ਦੇ, ਮੁਸਲਮਾਨ ਧਰਮ ਦੀਆਂ ਜਿਹੜੀਆਂ ਜਗ੍ਹਾਵਾਂ ਸੀ ਜਿੱਥੇ ਔਰਤਾਂ ਨੂੰ ਜਾਣੋਂ ਬੈਨ ਕੀਤਾ ਹੋਇਆ, ਉਹ ਕੇਸ ਅਦਾਲਤਾਂ 'ਚ ਗਏ ਨੇ। ਕੱਲ੍ਹ ਨੂੰ ਦਰਬਾਰ ਸਾਹਿਬ ਦਾ ਮਸਲਾ ਅਦਾਲਤ ਦੇ ਵਿੱਚ ਜਾਏਗਾ ਹੀ ਜਾਏਗਾ। ਇਹ ਗੱਲ ਨੂੰ ਮੇਰੀ ਨੂੰ ਤੁਸੀਂ ਨੋਟ ਕਰ ਲਵੋ। ਪਰ ਇਸ ਤੋਂ ਪਹਿਲਾਂ ਅਸੀਂ ਤਾਂ ਔਰਤ ਨੂੰ ਸਤਿਕਾਰ ਦੇਣ ਵਾਲੇ ਉਸ ਮਹਾਨ ਗੁਰੂ ਸਾਹਿਬ ਦੇ ਵਾਰਿਸ ਹਾਂ, ਪਹਿਲੀ ਪਾਤਸ਼ਾਹੀ ਦੇ, ਜਿਨ੍ਹਾਂ ਨੇ ਸੋ ਕਿਉ ਮੰਦਾ ਆਖਿਆ ਜਿਤ ਜਮੈ ਰਜਾਨ ਕਿਹਾ ਸੀ। ਸਾਨੂੰ ਤੇ ਇਸ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ। ਅਸੀਂ ਕਿਉਂ ਮਨੂੰ ਦੇ ਪਿੱਛੇ ਲੱਗ ਕੇ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਦੇ ਧਾਰਨੀ ਹੋਏ ਆ। ਸੋ ਜਥੇਦਾਰ ਸਾਹਿਬ ਨੂੰ ਇਹ ਸਫਾਈ ਆਪਣੇ ਵਿਹੜੇ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ। ਆਪ ਦਾ ਸਵਾਗਤ ਸਰ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਦਿਲਬਾਗ ਸਿੰਘ ਬੋਲ ਰਿਹਾ ਮੈਂ ਕੈਨੇਡਾ ਤੋਂ। ਹਾਂਜੀ ਸਰ ਦਿਲਬਾਗ ਸਿੰਘ, ਤੁਸੀਂ ਬਿਲਕੁਲ ਸਹੀ ਕਹਿ ਰਹੇ ਟਵਾਣਾ ਸਾਹਿਬ। ਜਥੇਦਾਰ ਸਾਹਿਬ ਘੁੱਟਵੀਂ ਜੋ ਆਵਾਜ਼ ਦੇ ਵਿੱਚ ਬੋਲ ਰਹੇ ਆ, ਦਬ ਕੇ ਬੋਲ ਰਹੇ ਆ, ਉਹ ਖੁੱਲੀ ਤਰ੍ਹਾਂ ਉਹ ਸਾਹਮਣੇ ਨਹੀਂ ਆ ਰਹੇ। ਉਧਰ ਬਾਦਲ ਪਰਿਵਾਰ ਆ, ਉਹਨਾਂ ਨੇ ਇੱਕ ਵਾਰੀ ਵੀ ਬੇਅਦਬੀ ਤੇ ਨਾਂ ਹੀ ਨਹੀਂ ਲਿਆ ਵੀ ਇਸ ਪਿੰਡ ਦੇ ਵਿੱਚ ਆ ਹੋਇਆ, ਇਹ ਹੋਣਾ ਨਹੀਂ ਚਾਹੀਦਾ ਜੀ।
ਤੇ ਮਤਲਬ ਇੱਥੋਂ ਸਾਬਤ ਹੁੰਦਾ ਆ ਕਿ ਉਹ ਬਿਲਕੁਲ ਜਥੇਦਾਰ ਆਪਣੇ ਜ਼ਿਮੀਂਦਾਰਾਂ ਦੇ ਨਾਲ ਨਹੀਂ ਆ। ਉਹ ਅੰਦਰ ਗਤੀ ਕਦੀ ਵੀ ਉਹ ਬੀਜੇਪੀ ਦੇ ਅਗੇਨ ਜਾ ਸਕਦੇ ਆ, ਉਹ ਮੌਕਾ ਦੇਖ ਰਹੇ ਆ ਜੀ। ਉਹ ਬਸ ਇਹੋ ਹੀ ਸੀ, ਮੈਂ ਇਹੋ ਹੀ ਕਹਿਣਾ ਚਾਹੁੰਦਾ ਸੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਸਾਹਿਬ ਦਿਲਬਾਗ ਸਿੰਘ ਜੀ, ਤੁਸੀਂ ਜੁੜੇ ਹੋ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਨਿੰਮਾ ਸੋਲ ਬਾਈ ਜੀ, ਕੁਲਦੀਪ ਸਿੰਘ, ਦਿਲਬਾਗ ਸਿੰਘ ਹੋਠੀ, ਜਤਿੰਦਰ ਕੁਮਾਰ ਜੀ, ਹਰਜਿੰਦਰ ਸੰਧੂ, ਮਾਸਟਰ ਹਰਪਾਲ ਸਿੰਘ ਕਹਿੰਦੇ ਅਕਾਲੀ ਭਾਜਪਾ ਗੱਠਜੋੜ ਵੇਲੇ ਜਥੇਦਾਰ ਸਾਹਿਬ ਨੂੰ ਇਹ ਗੱਲਾਂ ਯਾਦ ਨਹੀਂ ਆਈਆਂ। ਲਖਵਿੰਦਰ ਸਿੰਘ ਲੁਬਾਨਗੜੀਆ ਕਹਿੰਦੇ ਪੱਤਰਕਾਰ ਵੀਰੇ ਬੀਬੀਆਂ ਕਿਰਤ ਕਰ ਸਕਦੀਆਂ ਨੇ ਪਰ ਸਿੱਖ ਕੌਮ ਗੁਲਾਮੀ ਦਾ ਹੱਲ ਨਹੀਂ ਹੈ। ਸ਼ਾਇਦ ਕੀਰਤਨ ਲਿਖਣਾ ਚਾਹੁੰਦੇ ਸੀ, ਨਹੀਂ ਕੀਰਤਨ ਅਸੀਂ ਤਾਂ ਕਦੇ ਵੇਖਿਆ ਨਹੀਂ ਕਿ ਦਰਬਾਰ ਸਾਹਿਬ 'ਚ ਬੀਬੀਆਂ ਕੀਰਤਨ ਕਰ ਸਕਦੀਆਂ ਨੇ। ਕੁਲਦੀਪ ਸਿੰਘ, ਗੁਰਚਰਨ ਸਿੰਘ ਬਸਿਆਲਾ, ਬਲਜੀਤ ਬਲ, ਦਵਿੰਦਰ ਲੋਪੋਂ, ਪਰਮਿੰਦਰ ਸਿੰਘ ਬਾਈ ਜੀ, ਗੁਰਚਰਨ ਸਿੰਘ ਬਸਿਆਲਾ ਕਹਿੰਦੇ ਨਾਨਕਸ਼ਾਹੀ ਕੈਲੰਡਰ ਅਪਣਾ ਕੇ ਰੱਦ ਕੀਤਾ ਗਿਆ। ਪੁਰੇਵਾਲ ਵਾਲਾ, ਚੀਮਾ ਅਨੰਤ, ਦਵਿੰਦਰ ਲੋਪੋਂ, ਜਗਤਾਰ ਸਿੰਘ, ਬਹੁਤ ਸਾਰੇ ਸਵਾਲ ਆਏ ਨੇ ਜੀ। ਇੱਕ ਫੋਨ ਕਰਨ ਦੀ ਵੀ ਗੱਲ ਆਖੀ ਹੈ ਕੁਲਦੀਪ ਸਿੰਘ ਰਤਨਗੜ੍ਹ ਨੂੰ। ਸੋ ਇਸ ਦੇ ਨਾਲ ਹੀ ਵਕਤ ਤੁਹਾਡੇ ਤੋਂ ਵਿਦਾਇਗੀ ਦਾ। ਸੋ ਬੜਾ ਸੋਚਣ ਵਿਚਾਰਨ ਦੀ ਗੱਲ ਇਸ ਵਕਤ ਚੱਲ ਰਹੀ ਹੈ ਕੌਮ ਦੇ ਵਿੱਚ, ਪੰਜਾਬ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਵਿੱਚ। ਸੋ ਸਾਨੂੰ ਸਤਰਕ ਹੋ ਕੇ, ਮੌਕਾ ਪ੍ਰਸਤ ਧਿਰਾਂ ਤੋਂ ਸਤਰਕ ਹੋ ਕੇ ਹੀ ਅਗਲੇ ਕਦਮ ਪੁੱਟਣੇ ਚਾਹੀਦੇ ਨੇ। ਧਰਮ ਦੇ ਵਿੱਚ ਜਿਹੜੀਆਂ ਗਲਤ ਚੀਜ਼ਾਂ ਹੋਈਆਂ ਨੇ ਉਹਨਾਂ ਦੀ ਸਾਨੂੰ ਆਲੋਚਨਾ ਕਰਨੀ ਚਾਹੀਦੀ ਹੈ। ਜੇ ਅੱਜ ਵੀ ਜਥੇਦਾਰ ਸਾਹਿਬ ਕੁਝ ਸਟੈਪ ਚੁੱਕਦੇ ਨੇ, ਸਹੀ ਕਦਮਾਂ ਵੱਲ ਨੂੰ ਜਾ ਰਹੇ ਨੇ, ਤਾਂ ਸਾਨੂੰ ਉਹਨਾਂ ਦੀ ਵੀ ਸਲੋਤਾ ਕਰਨੀ ਚਾਹੀਦੀ ਹੈ ਤੇ ਇਸ ਗੱਲ 'ਤੇ ਪਹਿਰੇਦਾਰੀ ਵੀ ਕਰਨੀ ਚਾਹੀਦੀ ਹੈ ਕਿ ਜਥੇਦਾਰ ਸਾਹਿਬ ਇਹਨਾਂ ਕਦਮਾਂ 'ਤੇ ਅਡੋਲ ਰਹਿਣ ਤੇ ਜੇ ਨਹੀਂ ਅਡੋਲ ਰਹਿੰਦੇ ਤਾਂ ਅਸੀਂ ਵੀ ਉਸ ਦੀ ਆਲੋਚਨਾ ਕਰਦੇ ਰਹੀਏ। ਸੋ ਇਸ ਦੇ ਨਾਲ ਹੀ ਮੇਰੇ ਟੀਮ ਮੈਂਬਰ ਰਣਬੀਰ ਖੇਰ, ਮਨਜੋਤ, ਕੈਮਰਾਮੈਨ ਗੁਰਬੀਰ ਵਿਰਕ, ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਆਪ ਜੀ ਤੋਂ ਆਗਿਆ ਚਾਹਾਂਗਾ। ਸਤਿ ਸ਼੍ਰੀ ਅਕਾਲ।